ਨੈਕਸਟ ਆਪਣੇ ਕੋਲ ਬੁੱਕ ਹੈਗੀ ਹੈ ਜੀ ਕਾਰਪੋਰੇਟ ਗਵਰਨੈਂਸ। ਇਹਦਾ ਪਹਿਲਾ ਟੌਪਿਕ ਹੈਗਾ ਅੰਡਰਸਟੈਂਡਿੰਗ ਕਾਰਪੋਰੇਟ ਗਵਰਨੈਂਸ। ਪਹਿਲਾਂ ਤਾਂ ਗੱਲ ਕਰਦੇ ਹਾਂ ਕਾਰਪੋਰੇਟ ਗਵਰਨੈਂਸ ਹੁੰਦੀ ਕੀ ਹੈ। ਕਾਰਪੋਰੇਟ ਤਾਂ ਸਭ ਨੂੰ ਪਤਾ ਹੀ ਹੈ ਵੀ ਕੰਪਨੀਜ਼ ਹੀ ਹੁੰਦੀਆਂ ਨੇ। ਗਵਰਨੈਂਸ ਜੋ ਹੈਗਾ ਇੱਕ ਵਰਡ ਜਿਹੜਾ ਹੈਗਾ ਉਹਨੂੰ ਅਸੀਂ ਕਹਿ ਸਕਦੇ ਹਾਂ ਵੀ ਸਟੀਰ ਹੈ। ਸਟੀਰ ਦਾ ਮਤਲਬ ਹੁੰਦਾ ਰਾਸਤੇ ਤੇ ਲਾਣਾ। ਜਦ ਗਵਰਨੈਂਸ ਹੁੰਦਾ ਵੀ ਰੂਲਸ ਐਂਡ ਰੈਗੂਲੇਸ਼ਨ ਉਹਨੂੰ ਚਲਾਣਾ। ਅਸੀਂ ਕਾਰਪੋਰੇਟ ਗਵਰਨੈਂਸ ਨੇ ਕੰਪਨੀ ਕਿਸ ਤਰ੍ਹਾਂ ਚੱਲਦੀ ਹੈਗੀ ਉਹਨੂੰ ਕਾਰਪੋਰੇਟ ਗਵਰਨੈਂਸ ਹੀ ਕਹਿੰਦੇ ਨੇ। ਇਹਨਾਂ ਨੂੰ ਦੇਖੋ ਡੈਫੀਨੇਸ਼ਨ ਦਿਖਾਇਆ ਵੀ ਹੈਗਾ। Corporate governance comprehends the framework of rules, relationship, system, process within by the which fiduciary authorities exercise control in the corporation। ਇੱਕ ਕੰਪਨੀ ਦੇ ਵਿੱਚ ਕਹਿੰਦਾ ਕਿਹੜੇ ਰੂਲਸ, ਕਿਸ ਤਰ੍ਹਾਂ ਦੇ ਰਿਲੇਸ਼ਨਸ਼ਿਪ ਜਾਂ ਫਿਰ ਕਿਸ ਤਰ੍ਹਾਂ ਦਾ ਸਿਸਟਮ ਜੋ ਹੈ ਸੈਟਅਪ ਕੀਤਾ ਜਾਂਦਾ ਹੈ ਜਿਸ ਪ੍ਰਕਾਰ ਨਾਲ ਕੋਈ ਕੰਪਨੀ ਜੋ ਹੈ ਆਪਣਾ ਬਿਜ਼ਨਸ ਚੱਲਦਾ ਹੈ ਕੰਪਨੀ ਦੇ ਵਿੱਚ। ਜਿਵੇਂ ਉਸ ਤੋਂ ਬਾਅਦ ਨੀਚੇ ਤੁਹਾਡੇ ਕੋਲ ਦਿਖਾਇਆ ਵੀ ਹੈ internal rule of corporation relationship includes between the parties, between the owners, managers, directors, board of directors ਜਾਂ ਫਿਰ other entities ਜਾਂ ਫਿਰ regulatory authorities। ਇਹਨਾਂ ਦੇ ਵਿੱਚ ਆਪਸ ਦੇ ਵਿੱਚ ਕਿੱਦਾਂ ਦੇ ਰੂਲਸ ਐਂਡ ਰਿਲੇਸ਼ਨਸ਼ਿਪ ਸੈਟਅਪ ਹੋਏ ਹੁੰਦੇ ਨੇ ਜਿਸ ਬੇਸ ਨਾਲ ਇੱਕ ਕੰਪਨੀ ਚੱਲਦੀ ਹੈਗੀ। ਕਾਰਪੋਰੇਟ ਗਵਰਨੈਂਸ ਦਾ ਮਤਲਬ ਹੀ ਹੋ ਗਿਆ ਕੁਝ ਅਲੱਗ ਤੋਂ ਕੋਈ ਸੰਸਥਾ ਵਗੈਰਾ ਨਹੀਂ ਹੁੰਦੀ ਹੈਗੀ। ਇੱਕ ਕੰਪਨੀ ਨੂੰ ਚਲਾਉਣ ਲਈ ਜਿਹੜੇ ਰੂਲਸ ਜਾਂ ਫਿਰ ਅਥਾਰਟੀਜ਼ ਜਾਂ ਫਿਰ EMPLOYEE ਦੀ ਸੈਟੀਸਫੈਕਸ਼ਨ ਲਈ ਜਾਂ ਕਸਟਮਰ ਅਟਰੈਕਸ਼ਨਸ ਦੇ ਲਈ ਜਾਂ ਫਿਰ ਹਿਊਮਨ ਰਿਸੋਰਸਿਸ ਦਾ ਬੈਸਟ ਯੂਜ਼ ਲਈ ਇਹ ਸਾਰੀਆਂ ਚੀਜ਼ਾਂ ਲਈ ਜੋ ਰੂਲਸ ਬਣਾਏ ਜਾਂਦੇ ਉਹਨਾਂ ਨੂੰ ਅਸੀਂ ਕਾਰਪੋਰੇਟ ਗਵਰਨੈਂਸ ਹੀ ਕਹਿੰਦੇ ਹੈਗੇ ਆ। ਕਾਰਪੋਰੇਟ ਗਵਰਨੈਂਸ ਇੱਕ ਸਿਸਟਮ ਹੁੰਦਾ ਹੈ ਜਿਸ ਦੇ ਅਕੋਰਡਿੰਗ ਕਹਿੰਦਾ ਬਿਜ਼ਨਸ ਜੋ ਹੈ ਚਲਾਇਆ ਔਰ ਕੰਟਰੋਲ ਕਰਿਆ ਜਾਂਦਾ ਹੈਗਾ। ਨੀਚੇ ਇਹਨਾਂ ਨੂੰ ਦਿਖਾਇਆ ਵੀ ਇੱਕ ਜਗ੍ਹਾ ਤੇ ਕਾਰਪੋਰੇਟ ਗਵਰਨੈਂਸ ਇਜ਼ ਅ ਸਿਸਟਮ ਬਾਈ ਵਿਚ ਦੀ ਬਿਜ਼ਨਸ ਕਾਰਪੋਰੇਸ਼ਨਸ ਆਰ ਡਾਇਰੈਕਟਡ ਔਰ ਕੰਟਰੋਲ। ਜਿਸ ਦੇ ਨਾਲ ਕਹਿੰਦਾ ਕੰਪਨੀ ਜਾਂ ਫਿਰ ਸੰਸਥਾਵਾਂ ਜੋ ਹੈ ਚਲਾਈਆਂ ਜਾਂਦੀਆਂ ਹਨ ਪਲੱਸ ਉਹਨਾਂ ਦੇ ਵਿੱਚ ਜੋ ਕੰਮ ਹੋ ਰਿਹਾ ਹੁੰਦਾ ਉਹਨੂੰ ਕੰਟਰੋਲ ਕਰਿਆ ਜਾਂਦਾ ਹੈ। ਕਿਉਂਕਿ ਹਰੇਕ ਬੰਦੇ ਨੂੰ ਕੰਪਨੀ ਦੇ ਵਿੱਚ ਆਪਣੀ ਡਿਊਟੀਜ਼ ਐਂਡ ਰਿਸਪੌਂਸਿਬਿਲਿਟੀ ਦਾ ਪਤਾ ਹੁੰਦਾ ਹੈ। ਹਰੇਕ ਬੰਦਾ ਆਪਣਾ ਉਹਨਾਂ ਕੀ ਕੰਮ ਕਰਕੇ ਆਪਣੀ ਸ਼ਿਫਟ ਖਤਮ ਕਰਕੇ ਚਲਾ ਜਾਂਦਾ ਹੈਗਾ। ਅਸੀਂ ਅਗਰ ਅਕਾਊਂਟਸ ਡਿਪਾਰਟਮੈਂਟ 'ਚ ਹਾਂ ਤਾਂ ਆਪਣੇ ਅਕਾਊਂਟ ਦੀ ਐਂਟਰੀਆਂ ਪਾਵਾਂਗੇ। ਅਗਰ ਮੈਂ ਡਾਟਾ ਪ੍ਰੋਸੈਸਿੰਗ 'ਚ ਹਾਂ ਤਾਂ ਮੈਂ ਡਾਟਾ ਐਂਟਰੀਜ਼ ਕਰੂੰਗਾ ਕਿਉਂਕਿ ਹਰੇਕ ਬੰਦਾ ਆਪਣੀ ਡਿਊਟੀਜ਼ ਨਾਲ ਹੀ ਕੰਪਨੀ ਦੇ ਵਿੱਚ ਆਇਆ ਹੁੰਦਾ ਹੈ। ਕਾਰਪੋਰੇਟ ਗਵਰਨੈਂਸ ਦੀ ਕਹਿੰਦਾ ਕੰਪਨੀ ਦੇ ਵਿੱਚ ਲੋੜ ਕਿਉਂ ਪਈ। ਕਾਰਪੋਰੇਟ ਗਵਰਨੈਂਸ ਦੀ ਕੰਪਨੀ ਲੋੜ ਲਈ ਇਹਨਾਂ ਦਾ ਪੈਰਾਗ੍ਰਾਫ ਹੀ ਬਣਾਇਆ ਹੋਇਆ। ਅਸੀਂ ਪੈਰਾ ਦੇ ਵਿੱਚ ਅਸੀਂ ਲਿਖਾਂਗੇ ਤਾਂ ਕੁਝ ਕਲੀਅਰ ਨਹੀਂ ਹੋ ਸਕਦਾ। ਪੁਆਇੰਟ ਤੁਹਾਨੂੰ ਲਿਖਣੇ ਪੈਣੇ। ਪਹਿਲਾ ਪੁਆਇੰਟ ਲਿਖ ਸਕਦੇ ਹਾਂ ਵੀ ਪ੍ਰੋਪਰ ਸੈਗਰੇਸ਼ਨ ਆਫ ਡਿਊਟੀਜ਼। ਹਰੇਕ ਬੰਦੇ ਦੀ ਡਿਊਟੀ ਨੂੰ ਸੈਟਅਪ ਕਰਨਾ। ਡੈਲੀਗੇਸ਼ਨ ਆਫ ਅਥਾਰਟੀ ਐਂਡ ਰਿਸਪੌਂਸਿਬਿਲਿਟੀ ਨੂੰ ਸੈਟਅਪ ਕਰਨਾ। ਅਚੀਵਮੈਂਟ ਆਫ ਇੰਡੀਵਿਜੂਅਲ ਐਂਡ ਕਾਰਪੋਰੇਸ਼ਨ ਆਬਜੈਕਟਿਵਸ। इंडिविजुअल एंड कॉर्पोरेशन के ऑब्जेक्टिव ਨੂੰ ਅਚੀਵ ਕਰਨਾ। एथिकल कंडक्ट ऑफ द बिजनेस ਨੂੰ एथिकल मीन्स जो बिजनेस ਦੇ ਸਿੱਟੇ ਹੈਗੇ ਨੇ ਜਾਂ ਰੂਲਸ ਨੇ ਉਸ ਦੇ ਅਕੋਰਡਿੰਗ ਹੀ ਬਿਜ਼ਨਸ ਨੂੰ ਕੰਟਰੋਲ ਕਰਨਾ। ਮੇਨਟੇਨ ਪ੍ਰੋਪਰ ਲੀਡਰਸ਼ਿਪ ਬਣਾ ਕੇ ਰੱਖਣਾ ਕੰਪਨੀ ਦੇ ਵਿੱਚ ਵੀ ਜੋ ਪਰਸਨਸ ਹਾਇਰ ਅਥਾਰਟੀ ਤੇ ਰੱਖੇ ਗਏ ਨੇ ਉਹਨਾਂ ਨੂੰ ਹਾਇਰ ਅਥਾਰਟੀ ਦੇ ਉੱਪਰ ਹੀ ਸੈਟਅਪ ਕਰਿਆ ਜਾਵੇ। मेंटेन मोटिवेशन एंड कोऑपरेशन लेवल। टीम वर्क कंपनी के विच टीम वर्क भी बना के रखे जावे। इनक्रीज दी प्रॉफिट लेवल कंपनी दे विच इनक्रीज करा जावे। प्रॉपर यूज ऑफ कैपिटल या फिर वर्किंग कैपिटल। प्रॉपर यूज ऑफ कैपिटल या फिर वर्किंग कैपिटल। ਇਹ ਕੁਝ ਮੀਨਸ ਇਹਨਾਂ ਪੁਆਇੰਟਸ ਦੇ ਬੇਸ ਤੇ ਕਹਿੰਦਾ ਕੰਪਨੀ 'ਚ ਕਾਰਪੋਰੇਟ ਗਵਰਨੈਂਸ ਦੀ ਲੋੜ ਪੈਂਦੀ ਹੈ। ਕਾਰਪੋਰੇਟ ਗਵਰਨੈਂਸ ਦੇ ਵਿੱਚ ਜਦੋਂ ਕੰਮ ਪ੍ਰੋਪਰ ਤਰੀਕੇ ਨਾਲ ਕੰਪਲੀਟ ਹੋਣਾ ਹੈ ਤਾਂ ਇਹਨਾਂ ਕਰਕੇ ਹੀ ਹੁੰਦਾ ਕਿ ਔਰ ਇਸੇ ਲਈ ਰੂਲਸ ਐਂਡ ਰੈਗੂਲੇਸ਼ਨ ਬਣਾਏ ਜਾਂਦੇ ਨੇ ਤਾਂ ਕਿ ਹਰੇਕ ਬੰਦਾ ਆਪਣਾ ਕੰਮ ਕਰ ਸਕੇ। ਉਸ ਤੋਂ ਬਾਅਦ ਹੈਗਾ ਤੁਹਾਡੇ ਕੋਲ ਸਕੋਪ ਆਫ ਕਾਰਪੋਰੇਟ ਗਵਰਨੈਂਸ। ਕਾਰਪੋਰੇਟ ਗਵਰਨੈਂਸ ਦਾ ਸਕੋਪ ਕੀ ਹੈ। ਕੰਪਨੀ ਦੀ ਕਹਿੰਦਾ ਫਾਈਨੈਂਸ਼ੀਅਲ ਸਟੇਟਮੈਂਟ ਬਣਾਉਣੀ ਹੋਣ ਇਸ ਲਈ ਕਹਿੰਦਾ ਕਾਰਪੋਰੇਟ ਗਵਰਨੈਂਸ ਬਣਾਈ ਜਾਂਦੀ। ਕਾਰਪੋਰੇਟ ਗਵਰਨੈਂਸ ਦੇ ਰੂਲਸ ਕੰਪਨੀ 'ਚ ਬਣਾਏ ਜਾਂਦੇ ਨੇ ਕਿਉਂਕਿ ਜਦੋਂ ਸਭ ਨੂੰ ਆਪਣਾ ਕੰਮ ਪਤਾ ਹੋਊਗਾ ਤਾਂ ਲਾਸਟ ਜਾ ਕੇ ਫਾਈਨੈਂਸ਼ੀਅਲ ਸਟੇਟਮੈਂਟ ਬਣਾਉਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ। ਅਗਰ ਅਸੀਂ ਪ੍ਰੋਪਰ ਰਿਕਾਰਡ ਨਹੀਂ ਕਰਾਂਗੇ ਤਾਂ ਕੋਈ ਵੀ ਕੰਮ ਦਾ ਰਿਪੋਰਟਸ ਨਹੀਂ ਬਣਨਗੀਆਂ। ਦੂਸਰਾ ਇੰਟਰਨਲ ਕੰਟਰੋਲ ਐਂਡ ਇੰਡੀਪੈਂਡੈਂਸ ਆਫ ਐਂਟੀਟੀ ਆਡੀਟਰਸ। ਕੰਪਨੀ ਦੇ ਵਿੱਚ ਪ੍ਰੋਪਰ ਸਾਰੇ ਕੰਮ ਦੇ ਕੰਟਰੋਲ ਹੁੰਦਾ ਰਹੇ। ਜਦੋਂ ਆਡੀਟਰ ਆਵੇ ਤਾਂ ਈਜ਼ੀਲੀ ਬੇਸ ਨਾਲ ਆਡਿਟ ਕਰਕੇ ਆਪਣਾ ਚਲਾ ਜਾਵੇ। रिव्यू ऑफ कंपनसेशन अरेंजमेंट ऑफ चीफ एग्जीक्यूटिव ऑफिसर अदर सीनियर एग्जीक्यूटिव ऑफिसर्स। कंपनी ਦੇ ਵਿੱਚ ਜਿਹੜੇ ਵੀ ਐਗਜ਼ੀਕਿਊਟਿਵ ਆਫਿਸਰਸ ਨੇ ਜਾਂ ਫਿਰ ਉਸ ਤੋਂ ਇਲਾਵਾ ਜੋ ਮੇਨ ਕੰਮ ਕਰਨ ਵਾਲੇ ਪਰਸਨਸ ਹੈਗੇ ਨੇ ਉਹਨਾਂ ਲਈ ਜੋ ਵੀ ਮੁਆਵਜ਼ੇ ਸੈੱਟ ਕਰਨੇ ਹੈ ਉਹ ਤਾਂ ਪਰਫਾਰਮੈਂਸ ਬੇਸ ਤੇ ਸੈਟਅਪ ਕਰ ਲਏ ਜਾਣ। ਕਿਉਂਕਿ ਜਦੋਂ ਸਾਡੇ ਕੋਲ ਰਿਕਾਰਡਿੰਗ ਸਿਸਟਮ ਹੋਊਗਾ ਹਰੇਕ ਬੰਦੇ ਦੇ ਕੰਮ ਬਾਰੇ ਸਾਨੂੰ ਪਤਾ ਹੋਊਗਾ ਪਰਫਾਰਮੈਂਸ ਅਸੀਂ ਮੇਜ਼ਰ ਕਰ ਰਹੇ ਹੋਵਾਂਗੇ ਤਾਂ ਅਸੀਂ ਸੈਟਅਪ ਕਰ ਸਕਦੇ ਹਾਂ ਕਿਸ ਬੰਦੇ ਨੂੰ ਕਿੰਨਾ ਕੁ ਅਸੀਂ ਮੁਆਵਜ਼ੇ ਵਗੈਰਾ ਦੇਣੇ ਹੈ।
ਦ ਵੇ ਵਿਚ ਇੰਡੀਵਿਜੂਅਲ ਆਰ ਨੋਮੀਨੇਟਡ ਫॉर ਪੋਜੀਸ਼ਨ ਆਫ ਦੀ ਬੋਰਡ। ਕਾਰਪੋਰੇਟ ਗਵਰਨੈਂਸ ਇੱਕ ਇਦਾਂ ਦਾ ਵੇ ਵੀ ਹੈਗਾ ਜਿਸ ਦੇ ਨਾਲ ਕਹਿੰਦਾ ਜਿਹੜੇ ਇੰਡੀਵਿਜੂਅਲ ਕੰਪਨੀ 'ਚ ਕੰਮ ਕਰ ਰਹੇ ਹੁੰਦੇ ਨੇ ਜਾਂ ਫਿਰ EMPLOYEES ਕੰਮ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਬੋਰਡ ਦੇ ਵਿੱਚ ਕਿਸ ਤਰ੍ਹਾਂ ਲੈ ਕੇ ਜਾਣਾ, ਮਤਲਬ ਕਿ ਟੌਪ ਡਾਇਮੈਂਸ਼ਨ ਦੇ ਵਿੱਚ ਜਾਂ ਫਿਰ ਟੌਪ ਅਸੀਂ ਕਹਿ ਸਕਦੇ ਹਾਂ ਕੰਪਨੀ ਦੇ ਜੋ ਹੈਡ ਲੈਵਲਸ ਕੰਮ ਹੁੰਦੇ ਨੇ ਉਹਨਾਂ ਦੇ ਵਿੱਚ ਲੈ ਕੇ ਜਾਣਾ, ਕਿਉਂਕਿ EMPLOYEES ਅੱਗੇ ਪ੍ਰਮੋਟ ਹੁੰਦੇ ਨੇ ਨਾ, ਉਹ ਪ੍ਰਮੋਟ ਕਿਉਂ ਹੁੰਦੇ ਨੇ ਕਿਉਂਕਿ ਉਹਨਾਂ ਦੀ ਪਰਫਾਰਮੈਂਸ ਨੂੰ ਮੇਜ਼ਰ ਕਰਿਆ ਜਾਂਦਾ ਹੈਗਾ। ਰਿਸੋਰਸਿਸ ਮੇਡ ਅਵੇਲੇਬਲ ਟੂ ਡਾਇਰੈਕਟਰਸ ਇਨ ਕੈਰਿੰਗ ਆਊਟ ਆਫ देयर ਡਿਊਟੀਜ਼। ਜਿੰਨੇ ਪ੍ਰਕਾਰ ਦੇ ਰਿਸੋਰਸਿਸ ਡਿਊਟੀਜ਼ ਡਾਇਰੈਕਟਰ ਨੂੰ ਕੰਮ ਕਰਨ ਦੇ ਲਈ ਚਾਹੀਦੇ ਹੁੰਦੇ ਨੇ ਉਹ ਅਵੇਲੇਬਲ ਆਲਵੇਸ ਰੱਖਣਾ, ਕਿਉਂਕਿ ਡਾਇਰੈਕਟਰਸ ਵੀ ਤਾਂ ਹੀ ਕੰਮ ਕਰ ਸਕਦੇ ਹੈਗੇ ਨਾ ਅਗਰ ਉਹਨਾਂ ਕੋਲ ਰਿਸੋਰਸਿਸ ਅਵੇਲੇਬਲ ਹੋਣਗੇ। ਰਿਸੋਰਸਿਸ ਅਵੇਲੇਬਲ ਕਿੱਥੋਂ ਹੋਣੇ ਨੇ, ਜਦੋਂ ਕੰਪਨੀ 'ਚ ਕੰਮ ਪ੍ਰੋਪਰ ਤਰੀਕੇ ਨਾਲ ਹੋ ਰਿਹਾ ਹੋਊਗਾ ਤਾਂ ਉਹ ਕਾਰਪੋਰੇਟ ਗਵਰਨੈਂਸ ਈਜ਼ੀਲੀ ਬੇਸ ਹੋ ਸਕਦਾ ਹੈ। ਓਵਰਸਾਈਟ ਐਂਡ ਮੈਨੇਜਮੈਂਟ ਆਫ ਰਿਸਕ। ਕੰਪਨੀ ਦੇ ਵਿੱਚ ਜਿੰਨੇ ਪ੍ਰਕਾਰ ਦੇ ਰਿਸਕ ਆ ਰਹੇ ਨੇ ਉਹਨਾਂ ਨੂੰ ਪ੍ਰੋਪਰ ਮੈਨੇਜ ਕਰਨਾ। ਓਵਰਸਾਈਟ ਦਾ ਮਤਲਬ ਹੋ ਗਿਆ ਪ੍ਰੋਪਰ ਕੰਪਨੀ ਦੇ ਪੂਰੇ ਕੰਮ ਨੂੰ ਚੈੱਕ ਕਰਨਾ। ਇਹ ਅਸੀਂ ਕਾਰਪੋਰੇਟ ਗਵਰਨੈਂਸ ਈਜ਼ੀਲੀ ਬੇਸ ਨਾਲ ਕਰ ਸਕਦੇ ਹਾਂ। ਇਹ ਕਾਰਪੋਰੇਟ ਗਵਰਨੈਂਸ ਦਾ ਸਕੋਪ ਹੈ। ਕਾਰਪੋਰੇਟ ਗਵਰਨੈਂਸ ਦੇ ਵਿੱਚ ਕਹਿੰਦਾ ਪਾਰਟਿਸਿਪੈਂਟਸ ਕਿਹੜੇ ਹੁੰਦੇ ਨੇ। ਕਾਰਪੋਰੇਟ ਗਵਰਨੈਂਸ ਦੇ ਵਿੱਚ ਪਾਰਟਿਸਿਪੈਂਟਸ ਮੀਨਸ ਸਟੇਕ ਹੋਲਡਰਸ, ਸ਼ੇਅਰ ਹੋਲਡਰਸ, ਬੋਰਡ ਆਫ ਡਾਇਰੈਕਟਰਸ, EMPLOYEE, ਕ੍ਰੈਡੀਟਰ, ਕਸਟਮਰ ਐਂਡ ਕਮਿਊਨਿਟੀ। ਜਿੰਨੇ ਵੀ ਪ੍ਰਕਾਰ ਦੇ ਲੋਕ ਜੋ ਇੱਕ ਕੰਪਨੀ ਦੇ ਨਾਲ ਜੁੜੇ ਹੁੰਦੇ ਨੇ ਉਹ ਸਾਰੇ ਦੇ ਸਾਰੇ ਪਾਰਟਿਸਿਪੈਂਟਸ ਹੁੰਦੇ ਨੇ। ਮੀਨਸ ਸਭ ਤੋਂ ਪਹਿਲਾਂ ਤਾਂ ਡਾਇਰੈਕਟਰਸ ਹੀ ਹੋਗੇ ਜਿਨ੍ਹਾਂ ਨੇ ਕੰਪਨੀ ਚਲਾਣੀ ਹੈਗੀ ਹੈ, ਉਸ ਤੋਂ ਬਾਅਦ ਮੈਨੇਜਰਸ ਜੋ ਅੱਗੇ ਸੁਪਰਵਾਈਜ਼ਰਸ ਜਾਂ ਫਿਰ EMPLOYEES, ਕਿਉਂਕਿ EMPLOYEES ਤੋਂ ਬਿਨਾਂ ਵੀ ਕਦੀ ਕੋਈ ਕੰਪਨੀ ਨਹੀਂ ਚੱਲਦੀ ਹੁੰਦੀ, ਜਦ ਤੱਕ EMPLOYEES ਨੇ ਤਾਂ ਕੰਪਨੀ है कि डायरेक्टर सारे काम तो नहीं कर सकता। डायरेक्टर था रूल्स एंड रेगुलेशन पैसा वगैरह इकट्ठा करके दे सकता है, लेकिन काम जो है EMPLOYEE ने करना होगा। उस तो बाद थोड़े कंज्यूमर या फिर कस्टमर या फिर क्रेडिटर जिन्होंने पैसा कंपनी लगाना है। स्टेक होल्डर्स की उन्होंने पता है, स्टेक होल्डर्स कंपनी के सप्लायर्स वगैरह ही होंगे ने जिन्होंने उधार ते पैसा दिता होंदा हैगा। शेयर होल्डर ने जिन्होंने शेयर खरीदे होंगे जिन्होंने पैसा लगाया होंदा हैगा। उस तो इलावा जिवें थोड़े कस्टमर हो गए या फिर कम्यूनिटी दे, कम्यूनिटी मीनस आस-पास के जो पॉपूलेशन लोग होंगे ने ये भी थोड़ी कंपनी के एक तरह के कॉरपोरेट गवर्नेंस पार्टिसिपेंट्स ही होंगे ने। फिर बेनीफिट इन्हें लिखे ने कॉर्पोरेट गवर्नेंस के बेनीफिट्स जो असी स्कोप पढ़े हैं पीछे या फिर सानू उहदे फायदे असी जो पीछे अपने कुछ पॉइंट लिखे ने। बेनीफिट दे विच असी वही पॉइंट लिख सकते हैं, दोबारा सानू लिखण दी लोड़ नहीं हैगी है। रोल ऑफ कॉर्पोरेट गवर्नेंस। कॉर्पोरेट गवर्नेंस का रोल्स की होंदा कहंदा एफिशिएंट यूज ऑफ रिसोर्सिस। असी कहंदा रिसोर्सिस का प्रॉपर तरीके नाल यूज कर लैने हैगे आ। सानू पता होंदा कि साडा फ्लो किस साइड ते हैगा, मीनस असी प्रोडक्शन उस हिसाब नाल चलदे हैं जिन्ने सानू पता होंदा मार्केट डिमांड असी उस हिसाब नाल उस बेस नाल प्रोडक्शन से गुड्स या सर्विसेज रेडी करते हैगे आ। साडी कंपनी दे ਜਿਹੜੇ स्केयर रिसोर्सिस ने ਉਹਨਾਂ ਬਾਰੇ ਸਾਨੂੰ ਪ੍ਰੋਪਰ ਇਨਫੋਰਮੇਸ਼ਨ ਹੁੰਦੀ ਹੈ, ਉਹਨੂੰ ਅਸੀਂ ਪ੍ਰੋਪਰ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ। ਸਾਡੀ ਕੰਪਨੀ ਦੇ ਵਿੱਚ ਕਹਿੰਦਾ ਪਰਫਾਰਮੈਂਸ ਨੂੰ ਪ੍ਰੋਪਰ ਤਰੀਕੇ ਨਾਲ ਰਿਕਾਰਡ ਕਰਨਾ। ਜਿਹੜੇ ਪਰਸਨਸ ਕਿਸੇ ਕੰਮ ਨੂੰ ਕਰਨ ਦੇ ਵਿੱਚ ਫੇਲ ਹੋ ਰਹੇ ਨੇ ਉਹਨਾਂ ਨੂੰ ਉਸ ਦੀ ਟ੍ਰੇਨਿੰਗ ਪ੍ਰੋਵਾਈਡ ਕਰਨਾ ਹੈ ਕਾਰਪੋਰੇਟ ਗਵਰਨੈਂਸ ਦੇ ਥਰੂ ਹੋ ਜਾਂਦਾ ਹੈਗਾ। ਕੰਪਨੀ ਦੇ ਜੋ ਰੂਲਸ ਐਂਡ ਰੈਗੂਲੇਸ਼ਨਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਸਾਰਿਆਂ ਤੋਂ ਫੋਲੋ ਕਰਵਾਉਣਾ ਜਾਂ ਕੰਪਲੀਟ ਕਰਵਾਉਣਾ ਉਹ ਵੀ ਕਾਰਪੋਰੇਟ ਗਵਰਨੈਂਸ ਤੋਂ ਹੋ ਜਾਏਗਾ। ਕਾਰਪੋਰੇਟ ਗਵਰਨੈਂਸ ਕਹਿੰਦਾ ਇਕਨੋਮਿਕ ਰਿਸੋਰਸਿਸ ਜਿਹੜੇ ਨੇ ਜਾਂ ਫਿਰ ਅਸੀਂ ਕਹੇ ਵੀ ਵਿਦਆਊਟ ਪਾਰਸ਼ਲਿਟੀ ਐਂਡ ਨੈਪੋਟਿਜ਼ਮ, ਕਿਸੇ ਨਾਲ ਭੇਦਭਾਵ ਕਰੇ ਬਿਨਾ ਜਾਂ ਫਿਰ ਕਿਸੇ ਨੂੰ ਅਸੀਂ ਕਹੇ ਵੀ ਇਹ ਬੰਦਾ ਇੰਨਾ ਕੰਮ ਕਰੂਗਾ ਅਸੀਂ ਉਹਨਾਂ ਕੋਈ ਇਦਾਂ ਦੀ ਪਾਰਸ਼ਲਿਟੀ ਨਹੀਂ ਕਰਨੀ ਹੈਗੀ ਜਾਂ ਫਿਰ ਰਿਸ਼ਤੇਦਾਰੀ ਦਿਖਾਣਾ ਉੱਥੇ, ਇਹ ਚੀਜ਼ਾਂ ਬਿਲਕੁਲ ਖਤਮ ਹੋ ਜਾਂਦੀਆਂ ਨੇ। ਅਗਰ ਕੋਈ ਫੈਮਿਲੀ ਪਰਸਨਸ ਜਾਂ ਫਿਰ ਕੋਈ ਬ੍ਰਦਰਸ ਵਗੈਰਾ ਜਿਵੇਂ ਕੋਈ ਫੈਮਿਲੀ ਮੈਂਬਰ ਕੰਪਨੀ 'ਚ ਕੰਮ ਕਰ ਰਹੇ ਨੇ ਤਾਂ ਉਹ ਪਾਰਸ਼ਲਿਟੀ ਬਿਲਕੁਲ ਖਤਮ ਹੋ ਜਾਂਦੀ ਹੈ। ਇਹ ਚੀਜ਼ ਨੂੰ ਅਸੀਂ ਨਹੀਂ ਰੱਖਦੇ ਕਿਉਂਕਿ ਕਾਰਪੋਰੇਟ ਗਵਰਨੈਂਸ ਰੂਲ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਹੀ ਨਹੀਂ ਹੈਗੀਆਂ। ਸਾਰਿਆਂ ਨੂੰ ਕਹਿੰਦਾ ਅਸੀਂ ਅਟਰੈਕਟ ਕਰਕੇ ਚੱਲਣਾ, ਜੋ ਕੰਪਨੀ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਹੋਈ ਚਾਹੇ ਸਟੇਕ ਹੋਲਡਰ ਨੇ ਚਾਹੇ ਉਹ ਸ਼ੇਅਰ ਹੋਲਡਰਸ ਨੇ। ਕੰਪਨੀ ਦੇ ਵਿੱਚ ਜਿੰਨੀਆਂ ਪ੍ਰਮੋਸ਼ਨ ਕੋਸਟ ਨੇ ਉਹਨਾਂ ਨੂੰ ਘਟਾਉਣਾ, ਕਿਉਂਕਿ ਜਦੋਂ ਕੰਪਨੀ ਦੇ ਵਿੱਚ ਕਾਰਪੋਰੇਟ ਗਵਰਨੈਂਸ ਹੋਊਗੀ, ਰੂਲਸ ਐਂਡ ਰੈਗੂਲੇਸ਼ਨਸ ਹੋਣਗੇ ਤਾਂ ਸਾਰੇ ਬੰਦੇ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰਨਗੇ। ਤਾਂ ਹੁੰਦਾ ਵੀ ਅਸੀਂ ਵੇਸਟੇਜ ਰਿਡਿਊਸ ਕਰੀਏ, ਪਲੱਸ ਕੰਪਨੀ ਜਿੰਨੀਆਂ ਓਵਰਹੈਡ ਕੋਸਟ ਪੈਂਦੀਆਂ ਹੈਗੀਆਂ ਨੇ ਉਹਨਾਂ ਨੂੰ ਰਿਡਿਊਸ ਕਰੀਏ। EMPLOYEE ਦੀ ਟਰਨਓਵਰ ਨੂੰ ਵੀ ਰਿਡਿਊਸ ਕਰੀਏ। EMPLOYEE ਦੀ ਟਰਨਓਵਰ ਹੀ ਕਹਿ ਸਕਦੇ ਹਾਂ ਆਪਾਂ, ਜਾਂ ਫਿਰ ਕੀ ਕਹਿੰਦੇ ਨੇ ਉਹਨੂੰ, ਚਲੋ ਆਪਾਂ ਕਹਿ ਸਕਦੇ ਹਾਂ ਵੀ ਕਾਰਪੋਰੇਟ ਗਵਰਨੈਂਸ ਨਾਲ ਕਹਿੰਦੇ ਵੀ ਜੌਬ ਦੀ ਜਿਹੜੀ ਟਰਮੀਨੇਸ਼ਨ ਹੈ, ਅਸੀਂ ਟਰਮੀਨੇਸ਼ਨ ਵੀ ਕਹਿ ਸਕਦੇ ਹਾਂ, ਵੈਸੇ ਕੁਝ ਪੁਆਇੰਟ ਹੋਰ ਵੀ ਹੁੰਦਾ ਮੇਰੇ ਮਾਈਂਡ 'ਚ ਨਹੀਂ ਹੈ। ਜੌਬ ਟਰਮੀਨੇਸ਼ਨ ਜਿਹੜੀ ਜ਼ਿਆਦਾਤਰ ਹੁੰਦੀ ਰਹਿੰਦੀ ਹੈ ਕੰਪਨੀ ਦੇ ਵਿੱਚ ਉਹਨੂੰ ਵੀ ਰਿਡਿਊਸ ਕਰਨਾ, ਜਿਵੇਂ ਲੇਬਰਸ ਵਾਰ-ਵਾਰ ਆਪਣੀ ਕੰਮ ਲੀਵ ਕਰਕੇ ਜਾਂਦੀ ਹੈ। ਅਗਰ ਰੂਲਸ ਐਂਡ ਰੈਗੂਲੇਸ਼ਨ ਦਾ ਕੰਪਨੀ 'ਚ ਕੰਮ ਕਰ ਰਿਹਾ ਹੋਊਗਾ ਤਾਂ ਜੌਬ ਜੋ ਜਿੰਨੇ ਵੀ EMPLOYEES ਨੇ ਉਹ ਸੈਟਿਸਫਾਈਡ ਹੁੰਦੇ ਨੇ, ਫਿਰ ਉਹਨਾਂ ਨੂੰ ਕੰਮ ਲੀਵ ਕਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਉਹਨਾਂ ਦੇ ਆਪਣੇ ਆਬਜੈਕਟਿਵਸ ਜਾਂ ਉਹਨਾਂ ਦੀ ਜੋ ਨੀਡਸ ਨੇ ਉਹ ਕੰਪਲੀਟ ਹੁੰਦੀਆਂ ਚਲੀ ਜਾਂਦੀ ਹੈਗੀਆਂ ਨੇ। ਕਾਰਪੋਰੇਟ ਗਵਰਨੈਂਸ ਕਹਿੰਦਾ ਸਾਡੀ ਇਨਵੈਂਟਰੀ ਕੋਸਟ ਹੋ ਗਈ ਜਾਂ ਪ੍ਰੋਸੀਜਰਮੈਂਟ ਕੋਸਟ ਹੋ ਗਈ, ਇਹ ਵੀ ਸਾਡੀ ਘਟ ਜਾਂਦੀ ਹੈਗੀ ਹੈ। ਕਾਰਪੋਰੇਟ ਗਵਰਨੈਂਸ ਸਾਡੀ ਕੰਪਨੀ ਦੇ ਵਿੱਚ ਕਹਿੰਦਾ ਪ੍ਰੋਪਰ ਕੰਮ ਨੂੰ ਡਿਸਟ੍ਰੀਬਿਊਟ ਕਰਨਾ ਹੋਵੇ, ਅਸੀਂ ਪ੍ਰੋਪਰ ਕੰਮ ਡਿਸਟ੍ਰੀਬਿਊਟ ਵੀ ਕਰ ਸਕਦੇ ਹਾਂ। ਹਰੇਕ ਬੰਦੇ ਨੂੰ ਆਪਣੇ ਪੈਰਾਮੀਟਰਸ ਪਲੱਸ ਪ੍ਰਿੰਸੀਪਲਸ ਬਾਰੇ ਪ੍ਰੋਪਰ ਨੌਲੇਜ ਹੁੰਦੀ ਹੈ ਕਿ ਮੀਨਸ ਕੰਪਨੀ ਦੇ ਵਿੱਚ ਕਿੱਦਾਂ ਇਕਨੋਮਿਕ ਕੋਆਪਰੇਸ਼ਨ ਦਾ ਡਿਵੈਲਪਮੈਂਟ ਕਰਨੀ ਹੈਗੀ, ਅਸੀਂ ਉਹ ਪ੍ਰੋਪਰ ਤਰੀਕੇ ਨਾਲ ਕੰਪਲੀਟ ਕਰ ਸਕਦੇ ਹੈਗੇ ਹਾਂ। ਜਿਹੜਾ ਨੇ ਲਿਖਿਆ ਨਾ OECD ਦਾ ਮਤਲਬ ਹੈਗਾ ਆਰਗੇਨਾਈਜੇਸ਼ਨ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ ਪ੍ਰੋਸੈਸ। ਕੰਪਨੀ ਦੇ ਵਿੱਚ ਹਰੇਕ ਬੰਦੇ ਨੂੰ ਆਪਣੇ ਪੈਰਾਮੀਟਰਸ ਬਾਰੇ ਨੌਲੇਜ ਹੋ ਜਾਂਦੀ ਹੈ ਕਾਰਪੋਰੇਟ ਗਵਰਨੈਂਸ ਨਾਲ। ਕਾਰਪੋਰੇਟ ਗਵਰਨੈਂਸ ਜਿੱਥੇ ਕੁਝ ਸਕੋਪ ਹੈਗੇ ਨੇ
ਉੱਥੇ ਕਹਿੰਦਾ ਕੁਝ ਇਸ਼ੂ ਵੀ ਨੇ, ਕੁਝ ਨਾ ਕੁਝ ਪੁਆਇੰਟ ਰੁਕਾਵਟਾਂ ਵੀ ਨੇ। ਸਭ ਤੋਂ ਪਹਿਲਾਂ ਇੰਟਰਨਲ ਕੰਟਰੋਲ, ਕਿਉਂਕਿ ਕੰਪਨੀ ਦੇ ਵਿੱਚ ਇੰਟਰਨਲ ਕੰਟਰੋਲ ਜੋ ਰੂਲਸ ਐਂਡ ਰੈਗੂਲੇਸ਼ਨ ਨੇ ਕਈ ਵਾਰ ਉਹਨੂੰ ਮੇਨਟੇਨ ਪ੍ਰੋਪਰ ਤਰੀਕੇ ਨਾਲ ਨਹੀਂ ਕਰ ਸਕਦੇ ਹੈਗੇ। ਦੂਸਰਾ ਫਾਈਨੈਂਸ਼ੀਅਲ ਸਟੇਟਮੈਂਟ, ਕਈ ਵਾਰ ਕਰੈਕਟ ਫਾਈਨੈਂਸ਼ੀਅਲ ਸਟੇਟਮੈਂਟ ਨਹੀਂ ਬਣਦੀਆਂ ਹੈਗੀਆਂ। ਦੂਸਰਾ ਹੋ ਗਿਆ ਕੰਪਨਸੇਸ਼ਨ CEO ਐਂਡ ਅਦਰਸ, ਜਿਹੜੇ ਕੰਪਨੀ ਦੇ ਵਿੱਚ ਡਾਇਰੈਕਟਰਸ ਨੇ ਜਾਂ ਫਿਰ ਚੀਫ ਐਗਜ਼ੀਕਿਊਟਿਵ ਆਫਿਸਰ ਨੇ, ਉਹਨਾਂ ਦਾ ਵੀ ਕਈ ਵਾਰ ਮੁਆਵਜ਼ਾ ਪ੍ਰੋਪਰ ਤਰੀਕੇ ਨਾਲ ਸੈਟਅਪ ਕਰਨਾ ਨਹੀਂ ਹੋ ਪਾਉਂਦਾ। ਅਗਰ ਰੂਲਸ ਐਂਡ ਰੈਗੂਲੇਸ਼ਨ ਦਾ ਕੰਮ ਹੀ ਨਹੀਂ ਹੋਏਗਾ, ਕੰਪਨੀ ਕੋਲ ਫਾਈਨਾਂਸ ਹੀ ਨਹੀਂ ਹੋਊਗਾ, ਫਿਰ ਕਿਸ ਤਰ੍ਹਾਂ ਕੰਮ ਕਰਾਂਗੇ? ਕਿਹੜੇ ਬੰਦੇ ਨੂੰ ਕਹਿੰਦਾ ਮੈਂਬਰ ਨੂੰ ਨੋਮੀਨੇਸ਼ਨ ਕਰਨਾ ਹੈਗਾ, ਅਸੀਂ ਬੋਰਡ ਆਫ ਮੈਂਬਰ ਦੇ ਵਿੱਚ ਲੈ ਕੇ ਜਾਈਏ, ਇਹ ਪ੍ਰੋਬਲਮਸ ਵੀ ਹੋ ਜਾਂਦੀਆਂ ਨੇ, ਕਿਉਂਕਿ ਡਿਸਕਲੋਜ਼ਰ ਨੋਰਮਸ ਹੁੰਦੇ ਨੇ ਕੰਪਨੀ ਦੇ ਵਿੱਚ, ਜਿਨ੍ਹਾਂ ਨੂੰ ਕਹਿੰਦਾ ਸਾਨੂੰ ਹਮੇਸ਼ਾ ਯੂਜ਼ ਕਰਨਾ ਪੈਂਦਾ ਹੈਗਾ। ਕੰਪਨੀ ਦੇ ਵਿੱਚ ਕਿਹੜੇ ਪਰਸਨਸ ਹੋਣਗੇ ਜਿਹੜੇ ਬੋਰਡ 'ਚ ਨੇ, ਕਿਹੜੇ CEO ਨੇ, ਕਿਹੜੇ ਚੇਅਰਮੈਨ ਨੇ, ਕਿੰਨੇ ਪ੍ਰਕਾਰ ਦੀਆਂ ਮੀਟਿੰਗਸ ਹੋਣਗੀਆਂ, ਕਿਸ ਤਰ੍ਹਾਂ ਮੀਟਿੰਗ ਦੇ ਵਿੱਚ ਮਿੰਟਸ ਵਗੈਰਾ ਬਣਨਗੇ, ਕਿਸ ਤਰ੍ਹਾਂ ਪਰਫਾਰਮੈਂਸ ਨੂੰ ਰਿਕਾਰਡ ਕਰਕੇ ਦਿਖਾਇਆ ਜਾਊਗਾ, ਇਹ ਸਾਰੀਆਂ ਚੀਜ਼ਾਂ ਕਹਿੰਦਾ ਸਾਨੂੰ ਉਹਦੇ ਵਿੱਚ ਦਿਖਾਣੀਆਂ ਪੈਂਦੀਆਂ ਹੈਗੀਆਂ ਨੇ। ਤਾਂ ਇਹ ਇਸ਼ੂ ਵੀ ਹੈਗੇ ਨੇ ਕਾਰਪੋਰੇਟ ਗਵਰਨੈਂਸ ਦੀ। ਕੰਮ ਤਾਂ ਕਰਵਾਉਂਦੀ ਹੈ ਕਾਰਪੋਰੇਟ ਗਵਰਨੈਂਸ, ਲੇਕਿਨ ਇਸ਼ੂ ਤਾਂ ਹੁੰਦੇ ਨੇ, ਕਿਉਂਕਿ ਇਹਨਾਂ ਚੀਜ਼ਾਂ ਨੂੰ ਕੰਪਲੀਟ ਕਰਵਾਉਣਾ ਪੈਂਦਾ ਹੈਗਾ। ਉਸ ਤੋਂ ਬਾਅਦ ਹੈ ਰਾਈਟ ਫॉर ਕਾਰਪੋਰੇਸ਼ਨ। ਕਾਰਪੋਰੇਸ਼ਨ ਦੇ ਰਾਈਟ ਕਿਹੜੇ ਹੁੰਗੇ? ਹਰੇਕ ਬੰਦੇ ਨੂੰ ਕਹਿੰਦਾ ਐਬਿਲਿਟੀ ਹੁੰਦੀ ਹੈ ਵੀ ਸੂਟ ਕਰਨਾ। ਸੂਟ ਦਾ ਮਤਲਬ ਇਹ ਨਹੀਂ ਕਿ ਫਾਂਸੀ ਵਸੇ ਲੈਣਾ, ਕੇਸ ਲਗਾਉਣਾ ਜਾਂ ਕੰਪਨੀ ਦੇ ਨਾਮ ਤੇ ਹੀ ਲੱਗਦੇ ਹੈਗੇ। ਕਾਰਪੋਰੇਸ਼ਨ ਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਵੀ ਕਿਹੜਾ ਬੰਦੇ ਕੋਲ ਕਿਸ ਪ੍ਰਕਾਰ ਦਾ ਕਿਹੜਾ ਬੰਦਾ ਕਿਸ ਨੇਮ ਨਾਲ ਕੰਪਨੀ 'ਚ ਕੰਮ ਕਰ ਰਿਹਾ ਹੈ, ਲੇਕਿਨ ਹਰ ਜਗ੍ਹਾ ਕੰਪਨੀ ਦਾ ਨੇਮ ਹੀ ਚੱਲਦਾ ਹੈਗਾ। ਕਿਹੜਾ ਬੰਦਾ ਏਜੰਟ ਹਾਇਰ ਕਰ ਸਕਦਾ ਹੈ, ਕਿਹੜਾ ਬੰਦਾ ਕੰਟਰੈਕਟ ਸਾਈਨ ਕਰੂਗਾ। ਹਰੇਕ ਬੰਦੇ ਨੂੰ ਕਹਿੰਦਾ ਆਪਣੀ ਜ਼ਿੰਮੇਵਾਰੀਆਂ ਮਿਲੀਆਂ ਹੁੰਦੀਆਂ ਹੈਗੀਆਂ ਕਿ ਕਾਰਪੋਰੇਟ ਗਵਰਨੈਂਸ ਇਹਨੀ ਚੀਜ਼ ਨੂੰ ਲੈ ਕੇ ਚੱਲਦੇ ਹੈਗੇ। ਇਹ ਕਾਰਪੋਰੇਟ ਗਵਰਨੈਂਸ ਦੇ ਵਿੱਚ ਇੱਕ ਤਰ੍ਹਾਂ ਦੇ ਅਸੀਂ ਕਹਿ ਸਕਦੇ ਹਾਂ ਇਸ਼ੂ ਵੀ ਨੇ, ਕਿਉਂਕਿ ਜਦੋਂ ਕੰਪਨੀਜ਼ ਦੇ ਵਿੱਚ ਕੰਮ ਕਰਾਂਗੇ ਹਰੇਕ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੇਰੀ ਹਰ ਜਗ੍ਹਾ ਚੱਲੂਗੀ। ਕਾਰਪੋਰੇਟ ਗਵਰਨੈਂਸ ਦੇ ਵਿੱਚ ਇਹ ਚੀਜ਼ਾਂ ਕਿਸ ਬੰਦੇ ਨੂੰ ਰਿਸਪੌਂਸਿਬਿਲਿਟੀ ਸੈਟਅਪ ਕਰਨਾ। ਹੁਣ ਐਗਜ਼ਾਮਪਲ ਮੰਨ ਲਈਏ 10% ਸ਼ੇਅਰ ਹੋਲਡਰਸ ਨੇ ਜਿਨ੍ਹਾਂ ਨੇ ਪ੍ਰੋਪਰ ਪੈਸਾ ਲਗਾਇਆ ਹੋਣਾ, 10 ਨੂੰ ਅਸੀਂ ਕਹੀਏ 10 ਦੇ ਸਾਈਨ ਚੱਲਣਗੇ, ਨਹੀਂ ਹੋ ਸਕਦਾ। 10 ਨੂੰ ਅਲੱਗ-ਅਲੱਗ ਕੰਮ ਸੌਂਪਣਾ ਪਊਗਾ, ਹੋ ਸਕਦਾ ਨੈਗੋਸ਼ੀਏਸ਼ਨ ਜਨਰੇਟ ਹੋ ਕੇ ਆ ਜਾਵੇ। ਤੇ ਕਾਰਪੋਰੇਟ ਗਵਰਨੈਂਸ ਦੇ ਵਿੱਚ ਇਹ ਚੀਜ਼ ਦਾ ਵੀ ਇਸ਼ੂ ਹਮੇਸ਼ਾ ਰਹਿੰਦਾ ਹੈਗਾ। ਨੈਕਸਟ ਟੌਪਿਕ ਸਾਡੇ ਕੋਲ ਹੈ ਕਨਸੈਪਟ ਆਫ ਕਾਰਪੋਰੇਟ ਗਵਰਨੈਂਸ। ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਕਾਰਪੋਰੇਟ ਗਵਰਨੈਂਸ ਦਾ ਕਨਸੈਪਟ ਕੀ ਹੁੰਦਾ ਹੈ, ਜਿਸ ਨੂੰ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਵੀ ਕਾਰਪੋਰੇਟ ਗਵਰਨੈਂਸ ਸਾਡੇ ਕੋਲ ਕੀ ਹੁੰਦੀ ਹੈ ਵੀ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਨੇ, ਜਿਹੜੀ ਕੰਪਨੀ ਦੇ ਵਿੱਚ ਕਹਿੰਦਾ EMPLOYE ਦਾ ਇੰਟਰਸਟ ਜਨਰੇਟ ਕਰਨ ਲਈ, ਕੰਪਨੀ ਦੀ ਸਾਊਂਡ ਬਣਾ ਕੇ ਰੱਖਣਾ, ਵੀ ਉਹਨਾਂ ਦੀ ਰਿਲੇਸ਼ਨਸ਼ਿਪ ਦੀ ਸਾਊਂਡ ਦਿਖਾਣਾ। ਕਿਉਂਕਿ ਕੰਪਨੀ ਦੀ ਸਾਊਂਡ ਕਿੱਥੋਂ ਜਨਰੇਟ ਹੁੰਦੀ ਹੈ ਵੀ ਉਹਨਾਂ ਦੀ ਕੰਪਨੀ ਦੇ ਜਿਹਨਾਂ ਸਾਰੇ ਪਰਸਨ ਦੇ ਆਪਸ ਵਿੱਚ ਬੈਟਰ ਰਿਲੇਸ਼ਨਸ਼ਿਪ ਹੁੰਦੇ ਨੇ, ਕਸਟਮਰ ਨਾਲ ਵੀ ਪਲੱਸ ਸਪਲਾਇਰਸ ਨਾਲ ਵੀ। ਜ਼ਰੂਰੀ ਇਹ ਨਹੀਂ ਸਿਰਫ ਕਸਟਮਰ ਹੀ ਦੇਖੇ ਜਾਣਗੇ, ਪਲੱਸ ਸਪਲਾਇਰਸ ਵੀ ਜਿਨ੍ਹਾਂ ਨੇ ਕੰਪਨੀ 'ਚ ਪੈਸਾ ਲਗਾਉਣਾ ਹੁੰਦਾ, ਕਿਉਂਕਿ ਉਧਾਰ ਤੇ ਸਮਾਨ ਦੇਣਾ ਹੁੰਦਾ ਹੈ। ਪਲੱਸ ਕੰਪਨੀ ਦੇ ਆਪਣੇ ਸਟ੍ਰੈਟਜਿਕ ਗੋਲਸ ਕੀ ਨੇ ਜਾਂ ਉਹਨਾਂ ਦੇ ਓਨਰਸ ਕੀ ਨੇ, ਉਹ ਕਿਸ ਸਟ੍ਰੈਟਜੀ ਦੇ ਨਾਲ ਕੰਮ ਕੰਪਲੀਟ ਕਰ ਰਹੇ ਨੇ। ਇਹ ਸਾਰੀ ਕਾਰਪੋਰੇਟ ਗਵਰਨੈਂਸ ਦਾ ਮੇਨ ਕਨਸੈਪਟ ਹੈ। ਕਾਰਪੋਰੇਟ ਗਵਰਨੈਂਸ ਜੋ ਹੈ ਕੰਪਨੀ ਦੇ ਵਿੱਚ ਹਾਈ ਸਟੈਂਡਰਡ ਆਫ ਟਰਾਂਸਪੇਰੈਂਸੀ, ਪ੍ਰੋਫਿਟੇਬਿਲਿਟੀ, ਅਕਾਊਂਟੇਬਿਲਿਟੀ ਐਂਡ ਰਿਸਪੌਂਸਿਬਿਲਿਟੀ ਨੂੰ ਦਿਖਾਉਂਦੀ ਹੈਗੀ ਹੈ। ਇਹਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਛੁਪਾਵ ਨਹੀਂ ਹੁੰਦਾ ਹੈਗਾ। ਮੀਨਸ ਸਭ ਨੂੰ ਟਰਾਂਸਪੇਰੈਂਸੀ, ਕੋਈ ਬੰਦਾ ਕਿਸੇ ਪ੍ਰਕਾਰ ਦੀ ਕੰਪਨੀ ਦਾ ਪਰਸਨਲ ਇਨਫੋਰਮੇਸ਼ਨ ਲੈਣਾ ਚਾਹੁੰਦਾ ਹੈ ਤਾਂ ਉਹ ਸਭ ਨੂੰ ਮਿਲ ਜਾਂਦੀ ਹੈਗੀ ਹੈ। ਕਾਰਪੋਰੇਟ ਗਵਰਨੈਂਸ ਨਾਲ ਕਹਿੰਦਾ ਹਮੇਸ਼ਾ ਪਰਫਾਰਮੈਂਸ ਰਿਕਾਰਡਿੰਗ ਸਿਸਟਮ ਜ਼ਰੂਰ ਚੱਲਦਾ ਹੈਗਾ, ਜਿਸ ਨਾਲ ਕਹਿੰਦਾ ਹਰੇਕ ਬੰਦੇ ਨੂੰ ਨੋਮੀਨੇਸ਼ਨ ਹੋਣ ਦਾ ਫਾਇਦਾ ਮਿਲਦਾ, ਵੀ ਨੋਮੀਨੇਟ ਮਿਲ ਜਾਂਦਾ, ਵੀ ਅਗਰ ਉਹ ਸ਼ੇਅਰ ਹੋਲਡਰ ਬਣਨਾ ਚਾਹੁੰਦਾ ਹੈ ਜਾਂ ਕੰਪਨੀ ਦੇ ਵਿੱਚ ਕੋਈ ਹੋਰ ਡਿਪਾਰਟਮੈਂਟ ਦੇ ਵਿੱਚ ਅੱਗੇ ਆਉਣਾ ਚਾਹੁੰਦਾ ਤਾਂ ਉਹ ਆ ਵੀ ਸਕਦਾ ਹੈਗਾ ਆਪਣੀ ਪਰਫਾਰਮੈਂਸ ਦੇ ਉੱਤੇ। ਕੰਪਨੀ ਦੇ ਵਿੱਚ ਕਹਿੰਦਾ ਕੋਈ ਵੀ ਪਰਸਨ ਅਗਰ ਜ਼ਿਆਦਾ ਕਰਨਾ ਮੀਨਸ ਬੈਟਰ ਬਣਨਾ ਚਾਹੁੰਦਾ ਤਾਂ ਉਹਨੂੰ ਮੇਨਟੇਨ ਕਰਨਾ ਪੈਂਦਾ, ਮੀਨ ਆਪਣੀ ਪ੍ਰੋਡਕਸ਼ਨ ਦੇ ਵਿੱਚ ਹੋ ਗਿਆ ਜਾਂ ਫਿਰ ਹਾਰਮੋਨੀਅਸ ਲਿਖੇਗਾ, ਜਿਵੇਂ ਜਿੰਨੇ ਵੀ ਪਰਸਨ ਉਹਨਾਂ ਨਾਲ ਕੰਮ ਕਰ ਰਹੇ ਉਹਨਾਂ ਨੂੰ ਬੈਟਰ ਰਿਲੇਸ਼ਨਸ਼ਿਪ ਦਿਖਾਣੇ ਪੈਂਦੇ ਹੈਗੇ, ਪਲੱਸ ਆਪਣੀ ਪਰਫਾਰਮੈਂਸ ਦਿਖਾਣੀ ਪੈਂਦੀ, ਜਿਸ ਬੇਸ ਨਾਲ ਕੋਈ ਵੀ ਪਰਸਨ ਕਹਿੰਦਾ ਅੱਗੇ ਆ ਸਕਦਾ ਹੈਗਾ। ਪ੍ਰਿੰਸੀਪਲ ਲਿਖੇ ਉਹਨਾਂ ਨੇ ਕਾਰਪੋਰੇਟ ਗਵਰਨੈਂਸ ਦੇ। ਕਾਰਪੋਰੇਟ ਗਵਰਨੈਂਸ ਦੇ ਕੁਝ ਪ੍ਰਿੰਸੀਪਲ ਨੇ। ਸਭ ਤੋਂ ਪਹਿਲਾਂ ਪ੍ਰੋਟੈਕਸ਼ਨ ਆਫ ਸ਼ੇਅਰ ਹੋਲਡਰ ਰਾਈਟਸ। ਕਾਰਪੋਰੇਟ ਗਵਰਨੈਂਸ ਕਹਿੰਦਾ ਹਮੇਸ਼ਾ ਸ਼ੇਅਰ ਹੋਲਡਰ ਦੇ ਜਿਹੜੇ ਰਾਈਟਸ ਹੁੰਦੇ ਨੇ ਉਹਨਾਂ ਨੂੰ ਪ੍ਰੋਟੈਕਟ ਕਰਦੀ ਹੈ, ਕਿਉਂਕਿ ਜਿਸ ਪਰਸਨ ਨੇ ਕੰਪਨੀ 'ਚ ਪੈਸਾ ਲਗਾਇਆ ਹੋਇਆ ਹੈ ਉਹ ਆਪਣਾ ਕੁਛ ਨਾ ਕੁਛ ਉਮੀਦ ਨਾਲ ਕੰਪਨੀ 'ਚ ਪੈਸਾ ਲਗਾਉਂਦਾ ਹੈ, ਤਾਂ ਉਹ ਸਾਰੀ ਉਮੀਦ ਨੂੰ ਕੰਪਲੀਟ ਕਰਨਾ ਇਹ ਕਾਰਪੋਰੇਟ ਗਵਰਨੈਂਸ ਦਾ ਰੂਲਸ ਹੈ। ਮੀਨਸ ਉਹਨਾਂ ਨੂੰ ਟਾਈਮ ਟੂ ਟਾਈਮ ਜਿਹਨਾਂ ਨੂੰ ਡਿਵੀਡੈਂਡ ਮਿਲੇ ਜਾਂ ਜਿਹਨਾਂ ਦੇ ਇੰਟਰਸਟ ਮਿਲਣੇ ਉਹਨਾਂ ਨੂੰ ਇੰਟਰਸਟ ਮਿਲੇ। ਅਗਰ ਉਹਨਾਂ ਨੂੰ ਟਾਈਮਲੀ ਆਪਣਾ ਪੈਸਾ ਜਾਂ ਫੰਡ ਦਾ ਜੋ ਰਿਸੋਰਸ ਉਹਨਾਂ ਨੂੰ ਮਿਲਦੇ ਚਲੇ ਜਾਣਗੇ ਤਾਂ ਹਮੇਸ਼ਾ ਉਹ ਅੱਗੇ ਚੱਲਦੇ ਚਲੇ ਜਾਂਦੇ, ਫਿਰ ਉਹ ਪੈਸਾ ਵਾਪਿਸ ਕਦੀ ਕੰਪਨੀ 'ਚੋਂ ਨਹੀਂ ਲੈਂਦੇ ਹੈਗੇ। ਉਸ ਤੋਂ ਬਾਅਦ ਇੰਟਰਸਟ ਆਫ ਅਦਰ ਸਟੇਕ ਹੋਲਡਰਸ। ਇੰਟਰਸਟ ਆਫ ਅਦਰ ਸਟੇਕ ਹੋਲਡਰ ਦਾ ਮਤਲਬ ਕਿ ਜਿਹੜੀਆਂ ਹੋਰ ਪਾਰਟੀਆਂ ਜਿਨ੍ਹਾਂ ਨੇ ਕੰਪਨੀ ਦੇ ਵਿੱਚ ਪੈਸਾ ਲਗਾਇਆ ਹੋਇਆ ਜਾਂ ਆਪਣੀ ਸਟਰੈਂਥ ਦੇ ਰਹੇ ਨੇ, ਜਿਵੇਂ ਕਿ ਕ੍ਰੈਡੀਟਰਸ ਜਿਨ੍ਹਾਂ ਨੂੰ ਉਧਾਰ ਤੇ ਸਮਾਨ ਦੇਣਾ ਹੁੰਦਾ ਹੈ, ਜਾਂ ਫਿਰ ਕੰਪਨੀ ਦੇ ਵਿੱਚ EMPLOYEES, ਇਹ ਵੀ ਇੱਕ ਤਰ੍ਹਾਂ ਦੇ ਸਟੇਕ ਹੋਲਡਰ ਹੁੰਦੇ ਨੇ। ਅਗਰ EMPLOYEES ਦਾ ਇੰਟਰਸਟ ਕੰਪਨੀ 'ਚ ਬਣਿਆ ਰਹੂਗਾ ਤਾਂ ਕੰਪਨੀ ਚੱਲਦੀ ਰਹਿਣੀ ਹੈ। ਤਾਂ ਗਵਰਨਮੈਂਟ ਗਵਰਨੈਂਸ ਦੇ ਰੂਲਸ ਹੈ ਵੀ ਉਹਨਾਂ ਨੂੰ ਵੀ ਪ੍ਰੋਪਰ ਕੇਅਰ ਕਰਕੇ ਚੱਲਣਾ। ਰੂਲਸ ਐਂਡ ਰਿਸਪੌਂਸਿਬਿਲਿਟੀ ਆਫ ਦੀ ਬੋਰਡ, ਕਿਹੜੇ ਪਰਸਨਸ ਬੋਰਡ ਦੇ ਵਿੱਚ ਹੋਣਗੇ, ਉਹਨਾਂ ਦੇ ਰੂਲਸ ਕੀ ਹੋਣਗੇ, ਪਲੱਸ ਮੀਨਸ ਉਹ ਕਿਹੜੇ ਕੰਮ ਕਰਨਗੇ, ਉਹਨਾਂ ਦੀ ਰਿਸਪੌਂਸਿਬਿਲਿਟੀ ਕਿਹਨੂੰ ਰਿਪੋਰਟਿੰਗ ਸਿਸਟਮ ਨਾਲ ਸੈਟਅਪ ਕਰਨਗੇ। ਰਿਸਪੌਂਸਿਬਲ ਐਂਡ ਐਥੀਕਲ ਬਿਹੇਵੀਅਰ, ਹਰੇਕ ਦਾ ਕੰਪਨੀ ਦੇ ਵਿੱਚ ਕਹਿੰਦਾ ਬਿਹੇਵੀਅਰ ਜੋ ਹੈ ਰਿਸਪੌਂਸਿਬਿਲਿਟੀ ਵਾਲਾ ਹੋਵੇ। ਹਰੇਕ ਬੰਦੇ ਨੂੰ ਆਪਣੀ ਰਿਸਪੌਂਸਿਬਿਲਿਟੀ ਪਤਾ ਹੋਣੀ ਚਾਹੀਦੀ ਹੈ, ਉਹ ਕਿਸ ਤਰ੍ਹਾਂ ਕਿਸ ਬੰਦੇ ਨੂੰ ਰਿਪੋਰਟ ਕਰੂਗਾ, ਔਰ ਕਿਹਦਾ ਜਾਂ ਨੈਪੋਟੇਸ਼ਨ ਜਾਂ ਅਸੀਂ ਕਹਿ ਸਕਦੇ ਹਾਂ ਜਾਂ ਫਿਰ ਕੋਈ ਪਾਰਸ਼ਲੀ ਬਿਹੇਵੀਅਰ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਹੈਗਾ। ਡਿਸਕਲੋਜ਼ਰ ਐਂਡ ਟਰਾਂਸਪੇਰੈਂਸੀ ਐਂਡ ਰਿਪੋਰਟਿੰਗ,
ਜਿੰਨੇ ਪ੍ਰਕਾਰ ਦੀ ਰਿਪੋਰਟਿੰਗ ਹੋਊਗੀ ਕੋਈ ਪਰਸਨ ਅਗਰ ਚੈੱਕ ਕਰਨਾ ਚਾਹੁੰਦਾ ਕਰ ਵੀ ਸਕਦਾ ਹੈ, ਔਰ ਉਹਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਭੇਦਭਾਵ ਨਹੀਂ ਜਾਂ ਕੋਈ ਰਿਪੋਰਟਿੰਗ ਦੇ ਵਿੱਚ ਕਿਸੇ ਨੂੰ ਕਿਸੇ ਚੀਜ਼ ਨੂੰ ਅਸੀਂ ਛੁਪਾਵਾ ਨਹੀਂ ਕਰ ਸਕਦੇ ਹੈਗੇ। ਟਰਾਂਸਪੇਰੈਂਸੀ ਹੋਣੀ ਚਾਹੀਦੀ, ਮੀਨਸ ਪ੍ਰੋਪਰ ਤਰੀਕੇ ਨਾਲ ਜੋ ਹੈ ਸਾਫ਼ ਪਾਰਦਰਸ਼ਤਾ ਨਾਲ ਕੰਮ ਹੋਣਾ ਚਾਹੀਦਾ, ਮੀਨਸ ਕੋਈ ਬੰਦਾ ਇਨਫੋਰਮੇਸ਼ਨ ਲੈਣਾ ਚਾਹੁੰਦਾ ਲੈ ਸਕਦਾ ਹੈ। ਫਿਰ ਹੈ ਥਿਊਰੀ ਐਂਡ ਪ੍ਰੈਕਟਿਸ ਆਫ ਕਾਰਪੋਰੇਟ ਗਵਰਨੈਂਸ। ਕਾਰਪੋਰੇਟ ਗਵਰਨੈਂਸ ਕਹਿੰਦਾ ਕਿਹੜੀ ਚੀਜ਼ ਦੀ ਥਿਊਰੀ ਹੈ। ਸਭ ਤੋਂ ਪਹਿਲੇ ਥਿਊਰੀ ਹੈਗੀ ਹੈ ਸ਼ੇਅਰ ਹੋਲਡਰ ਐਂਡ ਸਟੇਕ ਹੋਲਡਰ ਦੀ। ਸ਼ੇਅਰ ਐਂਡ ਸਟੇਕ ਹੋਲਡਰ ਦੀ ਥਿਊਰੀ ਕਿਵੇਂ ਹੋਈ, ਮੀਨਸ ਕਾਰਪੋਰੇਟ ਗਵਰਨੈਂਸ ਹਮੇਸ਼ਾ ਸ਼ੇਅਰ ਹੋਲਡਰਸ ਐਂਡ ਸਟੇਕ ਹੋਲਡਰ ਨੂੰ ਨਾਲ ਹੀ ਲੈ ਕੇ ਚੱਲਦੀ ਹੈ। ਸ਼ੇਅਰ ਹੋਲਡਰ ਦਾ ਮਤਲਬ ਕੀ ਹੁੰਦਾ, ਉਹਨਾਂ ਦਾ ਵੀ ਕੰਪਨੀ ਜਿਨ੍ਹਾਂ ਨੇ ਪੈਸਾ ਲਗਾਇਆ, ਅਗਰ ਇਹਨਾਂ ਦਾ ਪ੍ਰੋਪਰ ਮੇਨਟੇਨੈਂਸ ਨਹੀਂ ਕਰਿਆ ਜਾਊਗਾ, ਮੇਨਟੇਨੈਂਸ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਫੜ ਕੇ ਕੋਈ ਉਹਨਾਂ ਦੀ ਕੁਝ ਇੱਦਾਂ ਦਾ ਸੈਟਅਪ ਕਰਿਆ ਜਾਊਗਾ, ਉਹਨਾਂ ਦਾ ਜਿਹੜਾ ਪ੍ਰੋਪਰ ਰਿਕਾਰਡ ਬਣਾ ਕੇ ਰੱਖਿਆ ਜਾਊਗਾ। ਟਾਈਮਲੀ ਜਿਸ ਬੰਦੇ ਨੂੰ ਜਿਸ ਪ੍ਰਕਾਰ ਦੀ ਜ਼ਰੂਰਤ ਹੈਗੀ ਹੈ, ਜਿਹਨਾਂ ਬੰਦੇ ਨੂੰ ਟਾਈਮਲੀ ਪੈਸੇ ਵਾਪਸ ਕਰਨ ਦੀ ਲੋੜ ਹੈ, ਉਹ ਪ੍ਰੋਪਰ ਤਰੀਕੇ ਨਾਲ ਮੇਨਟੇਨ ਕਰਿਆ ਜਾਵੇ। ਕਿਸੇ ਪਰਸਨ ਨੂੰ ਆਪਣੇ ਉੱਪਰ ਬਰਡਨ ਨਾ ਲੱਗੇ ਵੀ ਮੈंने ਕੰਪਨੀ ਲਗਾ ਕੇ ਮੈਂ ਕੋਈ ਮੀਨਸ ਫਾਇਦਾ ਲੈ ਲਿਆ ਜਾਂ ਕੋਈ ਇੱਦਾਂ ਬਰਡਨ। ਕਈ ਬੰਦੇ ਨੂੰ ਬੇਦਬਾਅ ਮਹਿਸੂਸ ਕਰਦੇ ਨੇ ਮੇਰਾ ਪੈਸਾ ਡੁੱਬ ਨਾ ਜਾਊਗਾ, ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਮੀਨਸ ਤੁਸੀਂ ਰਾਈਟਸ ਦਿਓ ਕੰਪਨੀ ਦੇ ਵਿੱਚ, ਜਿਵੇਂ ਅਸੀਂ ਕਹਿੰਦੇ ਕੋਈ ਵੋਟਿੰਗ ਰਾਈਟਸ ਆ ਜਾਂਦੇ ਨੇ ਜਾਂ ਕੋਈ ਕੰਪਨੀ ਦੀ ਮੀਟਿੰਗ ਹਾਇਰ ਕਰਦੇ ਹੈਗੇ ਨੇ। ਪਲੱਸ ਜਿੱਥੇ ਗਿਫਟ ਦੀ ਲੋੜ ਹੁੰਦੀ ਤਾਂ ਉਹਨਾਂ ਨੂੰ ਗਿਫਟ ਵਗੈਰਾ ਜਿਵੇਂ ਅਸੀਂ ਕਹਿੰਦੇ ਸਵੀਟ ਇਕੁਇਟੀ ਸ਼ੇਅਰ ਵਗੈਰਾ ਪ੍ਰੋਵਾਈਡ ਦਿੱਤੇ ਜਾਂ ਗਿਫਟ ਸ਼ੇਅਰ ਦਿੱਤੇ, ਟਾਈਮਲੀ ਉਹਨਾਂ ਨੂੰ ਇੱਦਾਂ ਦੀ ਪਰਫਾਰਮੈਂਸ ਦੇ ਬੇਸ ਤੇ ਜਾਂ ਫਿਰ ਉਹਨਾਂ ਦੇ ਜੋ ਡਿਵੀਡੈਂਡ ਵਗੈਰਾ ਬਣਦੇ ਨੇ ਉਹ ਪ੍ਰੋਵਾਈਡ ਕਰਦੇ ਜਾਣਾ। ਸਟੇਕ ਹੋਲਡਰ ਹੁੰਦੇ ਨੇ ਵੀ ਸਟੇਕ ਹੋਲਡਰ ਕੰਪਨੀ ਜਿਨ੍ਹਾਂ ਨੇ ਅਲੱਗ ਤੋਂ ਆਧਾਰ ਤੇ ਪੈਸਾ ਲਗਾਇਆ ਹੁੰਦਾ, ਜਿਵੇਂ ਐਗਜ਼ਾਮਪਲ ਕ੍ਰੈਡੀਟਰ ਵਾਲੇ ਸਪਲਾਇਰਸ ਹੋ ਗਏ, ਤੁਸੀਂ ਉਹਨਾਂ ਦੇ ਪੈਸੇ ਲੈਣੇ ਨੇ, ਉਹਨਾਂ ਦਾ ਵੀ ਮੇਨਟੇਨੈਂਸ ਕਰਾ ਕੇ ਰੱਖਣਾ। ਔਰ ਜਿੰਨੇ ਵੀ ਕੰਪਨੀ ਦੇ ਵਿੱਚ ਸਪਲਾਇਰਸ ਹੋਣਗੇ ਉਹਨਾਂ ਨੂੰ ਸਭ ਨੂੰ ਇਕੁਅਲ ਵੈਲਿਊ ਨਾਲ ਦੇਖਿਆ ਜਾਵੇ। ਕਈ ਵਾਰ ਅਸੀਂ ਇਹ ਨਹੀਂ ਕਹਿ ਸਕਦੇ ਵੀ ਸਿਰਫ 1% ਤੋਂ ਹੀ ਮੈਂ ਲੈਣਾ, ਮੇਰੇ ਕੋਲ ਜਿੰਨੇ 5-10% ਜਿਹੜੇ ਮੇਰੇ ਸਪਲਾਇਰ ਨੇ ਸਭ ਨੂੰ ਇਕੁਅਲ ਸਮਝਿਆ ਜਾਵੇ ਔਰ ਸਭ ਦੀ ਵੈਲਿਊ ਨੂੰ ਪ੍ਰੋਪਰ ਮੇਨਟੇਨ ਕਰਿਆ ਜਾਵੇ। ਕਿਉਂਕਿ ਜਦੋਂ ਤੁਸੀਂ ਕਹਿੰਦਾ ਸਭ ਨੂੰ ਪ੍ਰੋਪਰ ਯੂਟਿਲਾਈਜ਼ ਕਰੋਗੇ ਤਾਂ ਈਜ਼ੀਲੀ ਬਿਸ ਨਾਲ ਕੋਈ ਕੰਪਨੀ ਅੱਗੇ ਚੱਲ ਸਕਦੀ ਹੈ। ਕਾਰਪੋਰੇਟ ਗਵਰਨੈਂਸ ਜੋ ਹੈ ਈਜ਼ੀਲੀ ਬਿਸ ਨੂੰ ਅੱਗੇ ਰੂਲਸ ਐਂਡ ਰੈਗੂਲੇਸ਼ਨ ਫੋਲੋ ਹੋ ਜਾਂਦੇ ਨੇ। ਦੂਸਰੀ ਹੈਗੀ ਹੈ ਸਟ੍ਰੋਡਰਿਪ ਥਿਊਰੀ। ਸਟ੍ਰੋਡਰਿਪ ਕੋਈ ਪਰਸਨ ਹੈਗਾ, ਉਹ ਕਹਿੰਦਾ ਹੈਗਾ ਕੰਪਨੀ ਜਿਹੜੀ ਹੈ, ਕੰਪਨੀ ਦੀ ਜਿਹੜੀਆਂ ਮੈਨੇਜਰਸ ਨੇ ਉਹਨਾਂ ਕੋਲ ਕਹਿੰਦਾ ਅਦਰ ਜਿਹੜੀਆਂ ਪ੍ਰੋਪਰਟੀਜ਼ ਹੋਣਗੀਆਂ ਕਿਸ ਬੇਸ ਤੋਂ ਕੰਪਨੀ 'ਚ ਕੰਮ ਕਰਾਉਂਦੇ ਹੈਗੇ ਨੇ, ਮੀਨਸ ਉਹਦੇ 'ਚ ਕਹਿੰਦਾ ਪ੍ਰੋਪਰ ਯੂਟਿਲਾਈਜੇਸ਼ਨ ਹੋਣੀ ਚਾਹੀਦੀ ਹੈ, ਡਿਵੈਲਪਮੈਂਟ ਹੋਣੀ ਚਾਹੀਦੀ ਹੈ ਆਰਗੇਨਾਈਜੇਸ਼ਨ ਦੇ ਰਿਸੋਰਸਿਸ ਦੀ। ਜਿਹੜੇ ਮੈਨੇਜਰਸ ਨੇ ਕਹਿੰਦਾ ਉਹ ਤਾਂ ਕੰਮ ਕਰ ਹੀ ਰਹੇ ਨੇ, ਲੇਕਿਨ ਉਹਨਾਂ ਕੋਲ ਕੀ ਅੱਗੇ ਤੋਂ ਰਿਸਪੌਂਸਿਬਿਲਿਟੀ ਨੇ, ਮੀਨਸ ਉਹਨਾਂ ਕੋਲ ਕੀ ਇੱਦਾਂ ਦੇ ਚਾਂਸ ਹੋਣਗੇ, ਮੀਨਸ ਕਿਸ ਬੇਸ ਨਾਲ ਕੰਮ ਕਰਵਾਉਣਗੇ, ਉਹਨਾਂ ਕੋਲ ਕੋਈ ਇੱਦਾਂ ਦੀਆਂ ਅਥਾਰਟੀਜ਼ ਹੋਣੀ ਚਾਹੀਦੀਆਂ ਨੇ ਜਾਂ ਫਿਰ ਉਹਨਾਂ ਕੋਲ ਰਿਸੋਰਸਿਸ ਹੋਣ ਜਿਸ ਨਾਲ ਉਹ ਕਹਿੰਦਾ ਪ੍ਰੋਪਰ ਯੂਟਿਲਾਈਜ਼ ਕਰਨ ਔਰ ਕੰਪਨੀ ਨੂੰ ਡਿਵੈਲਪਮੈਂਟ ਕਰਨ। ਤੁਸੀਂ ਕਹਿੰਦਾ ਮੈਨੇਜਰ ਨੂੰ ਇਹ ਨਹੀਂ ਕਹਿ ਸਕਦੇ ਕਿ ਤੇਰਾ ਸਿਰਫ ਇੱਕ ਹੀ ਕੰਮ ਹੈ, ਤੂੰ ਸਿਰਫ ਇਹੀ ਕੰਮ ਕੰਪਲੀਟ ਕਰੇਗਾ। ਉਹਨੂੰ ਕਹਿੰਦਾ ਪ੍ਰੋਪਰ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਕੰਪਨੀ ਕੋਲ ਕੀ ਉਹਦੇ ਰਿਸੋਰਸਿਸ ਨੇ, ਕਿਵੇਂ ਯੂਜ਼, ਜਿਵੇਂ ਐਗਜ਼ਾਮਪਲ ਨਾਲ ਦਿਖਾਇਆ ਵੀ ਹੈਗਾ ਕ੍ਰਾਈਟੇਰੀਆ, ਜਿਵੇਂ ਐਗਜ਼ਾਮਪਲ ਮਾਡਲ ਆਫ ਮੈਨਸ ਕਿਸ ਪ੍ਰਕਾਰ ਦੇ ਪਰਸਨਸ ਹੋਣਗੇ, ਦੂਸਰਾ ਬਿਹੇਵੀਅਰ ਕਿਵੇਂ ਦਾ ਹੋਊਗਾ, ਥਰਡ ਮੋਟੀਵੇਸ਼ਨ ਲੈਵਲ ਉਹ ਕਿੱਦਾਂ ਮੋਟੀਵੇਸ਼ਨ ਕਰਦਾ ਹੈਗਾ ਹਰ ਇੱਕ ਪਰਸਨ ਨੂੰ। ਇਹ ਸਾਰੀਆਂ ਚੀਜ਼ਾਂ ਇੱਕ ਮੈਨੇਜਰਸ ਕੋਲ ਹੋਣੀ ਚਾਹੀਦੀਆਂ ਨੇ। ਸੋਸ਼ਲ ਕੰਪੈਰੀਜ਼ਨ ਵੀ ਉਹ ਕਰ ਸਕੇ। ਉਸ ਤੋਂ ਬਾਅਦ ਆਇਡੈਂਟੀਫਿਕੇਸ਼ਨ, ਉਹਨੂੰ ਆਇਡੈਂਟੀਫਾਈ ਕਰਨ ਦੀ ਵੀ ਉਹਦੇ ਕੋਲ ਕਲਾ ਹੋਣੀ ਚਾਹੀਦੀ ਹੈ ਕਿ ਮੈਨੇਜਰ ਉਸ ਤਰ੍ਹਾਂ ਦੀ ਪਰਸਨ, ਇੱਦਾਂ ਨਹੀਂ ਕਿਸੇ ਵੀ ਪਰਸਨ ਨੂੰ ਵੀ ਤੁਸੀਂ ਕਹੋ ਵੀ ਸਟਾਫ 'ਚ ਉਠਾ ਕੇ ਮੈਨੇ ਮੈਨੇਜਰ ਬਣਾਤਾ ਬੰਦਾ ਵਧੀਆ ਕੰਮ ਕਰ ਸੀ, ਉਹ ਚੀਜ਼ ਨਹੀਂ ਹੋਣੀ ਚਾਹੀਦੀ। ਉਹਦੇ ਕੋਲ ਸਾਰੀ ਚੀਜ਼ਾਂ ਕੰਪਲੀਟ ਹੋਣੀਆਂ, ਉਹਦੇ ਕੋਲ ਪਾਵਰਸ, ਮੈਨੇਜਮੈਂਟ ਦੀ ਫਿਲੋਸਫੀ ਕੀ ਹੈ, ਕਿਉਂਕਿ ਮੈਨੇਜਮੈਂਟ ਦੀ ਫਿਲੋਸਫੀ ਵੀ ਹਮੇਸ਼ਾ ਮੈਟਰ ਕਰਦੀ ਹੈ। ਜਦੋਂ ਕਿਸੇ ਕੰਪਨੀ 'ਚ ਕੋਈ ਕੰਮ ਚੱਲ ਰਿਹਾ ਹੋਊਗਾ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਮੇਰੇ ਕਿਸੇ ਨਾਲ ਬੈਟਰ ਰਿਲੇਸ਼ਨਸ਼ਿਪ ਨੇ, ਮੈਂ ਉਹਦੇ ਨਾਲ ਜਿਵੇਂ ਮਰਜ਼ੀ ਕੰਮ ਕਰ ਲਵਾਂਗਾ ਜਾਂ ਕਿਸੇ ਨੂੰ ਮੈਂ ਉਧਾਰ 'ਤੇ ਕੰਮ ਦੇ ਦੂੰਗਾ। ਹਮੇਸ਼ਾ ਮੈਨੇਜਮੈਂਟ ਦੀ ਫਿਲੋਸਫੀ ਜੋ ਮੈਨੇਜਮੈਂਟ ਨੇ ਰੂਲਸ ਐਂਡ ਰੈਗੂਲੇਸ਼ਨ ਬਣਾਏ ਨੇ ਉਸ ਦੇ ਬੇਸ ਤੇ, ਪਲੱਸ ਰਿਸਕ ਓਰੀਐਂਟਡ ਜਿਹੜਾ ਪਰਸਨਸ ਕੰਮ ਕਰਨ ਵਾਲਾ ਹੋਊਗਾ, ਰਿਸਕ ਓਰੀਐਂਟਡ ਮੀਨਸ ਉਹਨੂੰ ਪਤਾ ਹੋਣਾ ਚਾਹੀਦਾ ਵੀ ਜਿੱਥੇ ਰਿਸਕ ਆ ਗਿਆ ਮੈਨੂੰ ਬੀਅਰ ਖੁਦ ਹੀ ਕਰਨਾ ਪੈਣਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿਤੇ ਰਿਸਕ ਨੇ ਉਹ ਪਹਿਲਾਂ ਹੀ ਫਾਈਂਡ ਕਰ ਲਵੇ। ਟਾਈਮ ਦਾ ਫਰੇਮ ਵੀ ਪ੍ਰੋਪਰ ਤਰੀਕੇ ਨਾਲ ਬਣਿਆ ਹੋਣਾ ਚਾਹੀਦਾ ਹੈਗਾ। ਪਲੱਸ ਆਬਜੈਕਟਿਵ ਐਂਡ ਕਲਚਰਲ ਡਿਫਰੈਂਸ ਮਤਲਬ ਕਿ ਅਸੀਂ ਨਹੀਂ ਕਹਿੰਦੇ ਕਈ ਵਾਰ ਕੰਪਨੀ 'ਚ ਆਉਂਦੇ ਨੇ ਕੋਈ ਬੰਦਾ ਜਿਵੇਂ ਕਹਿੰਦੇ ਕੋਈ ਗੋਰਾ ਆ ਗਿਆ, ਕੋਈ ਕਾਲਾ ਆ ਗਿਆ, ਕੋਈ ਹਿੰਦੂ ਆ ਗਿਆ, ਕੋਈ ਮੁਸਲਿਮ ਆ ਗਿਆ ਜਾਂ ਕੋਈ ਅਲੱਗ-ਅਲੱਗ ਸਟੇਟ 'ਚ ਆ ਗਿਆ। ਇਹ ਡਿਫਰੈਂਸ ਵੀ ਉਹ ਕਹਿੰਦਾ ਕਦੀ ਕੰਪਨੀ 'ਚ ਲੈ ਕੇ ਨਾ ਆਵੇ, ਮੀਨਸ ਨੈਗੋਸ਼ੀਏਸ਼ਨ ਕਦੀ ਨਹੀਂ ਹੋਣੀ ਚਾਹੀਦੀ, ਕਿਸੇ ਬੰਦੇ ਨਾਲ ਪਾਰਸ਼ਲਿਟੀ ਨਾ ਹੋਵੇ। ਇਹ ਮੈਨੇਜਰਸ ਕੋਲ ਅਵੇਲੇਬਿਲਿਟੀ ਹੋਣੀ ਚਾਹੀਦੀ ਹੈ, ਮੀਨਸ ਅਗਰ ਇਸ ਅਬਿਲਿਟੀ ਨਾਲ ਕਹਿੰਦਾ ਕੰਪਨੀ 'ਚ ਕੰਮ ਹੋ ਰਿਹਾ ਹੋਊਗਾ ਤਾਂ ਈਜ਼ੀਲੀ ਬਿਜ਼ਨਸ ਕਾਰਪੋਰੇਟ ਗਵਰਨੈਂਸ ਲਾਗੂ ਹੋ ਜਾਂਦੀ ਹੈ। ਕਾਰਪੋਰੇਟ ਗਵਰਨੈਂਸ ਦੀ ਇੱਕ ਹੋਰ ਥਿਊਰੀ ਹੈ, ਉਹ ਹੈਗੀ ਹੈ ਪ੍ਰੋਪਰਟੀ ਰਾਈਟ ਥਿਊਰੀ। ਪ੍ਰੋਪਰਟੀ ਰਾਈਟ ਥਿਊਰੀ ਕਹਿੰਦਾ ਡਿਫਾਈਨ ਕਰਦੀ ਹੈਗੀ ਆ ਵੀ ਅਸੀਂ ਕਹਿੰਦਾ ਕੰਟਰੋਲ ਰਾਈਟ ਦੇਖਦੇ ਹੈਗੇ ਵੀ ਹਰੇਕ ਬੰਦੇ ਦਾ ਕਹਿੰਦਾ ਫਿਜ਼ੀਕਲ ਔਰ ਹਿਊਮਨ ਐਸੈਟ ਦੇ ਉੱਪਰ ਕਿੰਨਾ ਕੰਟਰੋਲ ਹੈਗਾ ਹੈ। ਕਿਉਂਕਿ ਜਦੋਂ ਕੰਪਨੀ 'ਚ ਕੋਈ ਜਿਵੇਂ ਐਗਜ਼ਾਮਪਲ ਲਈਏ ਵੀ ਸ਼ੇਅਰ ਹੋਲਡਰਸ ਆ ਗਏ ਜਾਂ ਕੋਈ ਆ ਗਏ, ਸ਼ੇਅਰ ਹੋਲਡਰਸ ਨੂੰ ਕਈ ਵਾਰ ਕਹਿੰਦਾ ਕੰਪਨੀ ਨੇ ਕੁਝ ਨਾ ਕੁਝ ਇੱਦਾਂ ਦੇ ਐਗਰੀਮੈਂਟਸ ਲਿਖ ਕੇ ਦਿੱਤਾ ਹੁੰਦਾ ਵੀ ਅਗਰ ਬਾਈ ਤੇ ਵੀ ਕੰਪਨੀ 'ਚ ਕੋਈ ਪ੍ਰੋਬਲਮ ਆਈ ਤਾਂ ਤੁਹਾਨੂੰ ਇਹ ਐਸੈਟਸ ਮਿਲ ਜਾਣਗੀਆਂ। ਤਾਂ ਸਾਨੂੰ ਕਲੀਅਰ ਹੋਣਾ ਚਾਹੀਦਾ ਵੀ ਕਹਿੰਦਾ ਹਰੇਕ ਬੰਦੇ ਦੇ ਕਹਿੰਦਾ ਕਿਹੜੀ ਐਸੈਟਸ ਉੱਪਰ ਕਿਹਦਾ ਕਿੰਨਾ ਹੱਕ ਹੈਗਾ। ਜ਼ਰੂਰੀ ਨਹੀਂ ਹੈ ਵੀ ਸਾਰਿਆਂ ਨੂੰ ਤੁਸੀਂ ਕੋਈ ਰਾਈਟਸ ਦਿੱਤੇ ਹੋਣਗੇ, ਲੇਕਿਨ ਉਹਦੇ ਵਿੱਚ ਜ਼ਰੂਰੀ ਕੁਛ ਨਾ ਕੁਛ ਪ੍ਰੋਪਰਟੀ ਰਾਈਟ ਹਰੇਕ ਬੰਦੇ ਦਿੱਤੇ ਹੋਣ। ਜਿਵੇਂ ਇਨਸੈਂਟਿਵ, ਜੇ ਤੁਹਾਡੇ ਕੋਲ ਇੰਪਲੋਈਜ਼ ਕੰਮ ਕਰ ਰਹੇ ਨੇ ਉਹਨਾਂ ਨੂੰ ਇਨਸੈਂਟਿਵਸ ਹੋਣ, ਕੋਈ ਸਟਾਫ ਮੈਂਬਰ ਕੰਮ ਕਰ ਰਹੇ ਨੇ ਲਈ ਕੰਪਨਸੇਸ਼ਨਸ ਹੋਣ। ਉਸ ਹਰੇਕ ਪਰਸਨ ਨੂੰ ਆਪਣੀ ਨੌਲੇਜ ਹੋਣੀ ਚਾਹੀਦੀ ਹੈ ਵੀ ਮੈਨੂੰ ਕਿਤੇ ਬੈਨੀਫਿਟ ਹੋ ਰਿਹਾ ਹੈ। ਹਰੇਕ ਬੰਦੇ ਨੂੰ ਕਿਤੇ ਬੈਨੀਫਿਟਸ ਜਦੋਂ ਪਤਾ ਹੋਊਗਾ ਤਾਂ ਕਹਿੰਦਾ ਕੰਪਨੀ ਈਜ਼ੀਲੀ ਇਸ ਨਾਲ ਕੰਮ ਕਰ ਸਕਦੇ ਹਾਂ। ਕੋਈ ਸ਼ੇਅਰ ਹੋਲਡਰ ਉਹਨੂੰ ਪਤਾ ਵੀ ਮੇਰੇ ਕਿਤੇ ਰਾਈਟਸ ਨੇ, ਇੰਪਲੋਈ ਪਤਾ ਵੀ ਮੈਂ ਕਿਤੇ ਤੱਕ ਫਾਇਦਾ ਲੈ ਸਕਦਾ ਕੰਪਨੀ 'ਚ। ਲੇਕਿਨ
ਪ੍ਰੋਪਰ ਕੋਆਪਰੇਸ਼ਨ ਹੋਣਾ ਚਾਹੀਦਾ ਉਹਦੇ ਵਿੱਚ, ਪ੍ਰੋਪਰ ਟੀਮ ਵਰਕ। ਅਗਰ ਇਹ ਚੀਜ਼ ਨਹੀਂ ਹੋਊਗੀ ਤਾਂ ਕਹਿੰਦਾ ਹਰੇਕ ਬੰਦਾ ਨੈਗੋਸ਼ੀਏਟ ਵੀ ਹੋ ਸਕਦਾ ਹੈ ਜਾਂ ਫਿਰ ਕੋਈ ਮਿਸਯੂਜ਼ ਵੀ ਕਰ ਸਕਦਾ ਹੈ ਆਪਣੇ ਰਾਈਟਸ ਦਾ। ਲੇਕਿਨ ਜਦੋਂ ਰੂਲਸ ਬਣੇ ਹੁੰਦੇ ਨੇ ਕਾਰਪੋਰੇਟ ਦੇ ਵਿੱਚ, ਹਰੇਕ ਬੰਦੇ ਨੂੰ ਪਤਾ ਹੁੰਦਾ ਤਾਂ ਇਸ ਲਈ ਬਿਜ਼ਨਸ ਕੰਮ ਹੋ ਜਾਂਦਾ ਹੈਗਾ। ਫਿਰ ਤੁਹਾਡੇ ਕੋਲ ਹੈਗਾ ਪਪੂਲਰ ਮਾਡਲ ਆਫ ਗਵਰਨੈਂਸ। ਕਾਰਪੋਰੇਟ ਗਵਰਨੈਂਸ ਦੇ ਕੁਝ ਮਾਡਲਸ ਨੇ। ਸਭ ਤੋਂ ਪਹਿਲਾ ਮਾਡਲ ਹੈਗਾ ਐਂਗਲੋ ਅਮਰੀਕਨ ਮਾਡਲ। ਐਂਗਲੋ ਅਮਰੀਕਨ ਮਾਡਲ ਕੰਮ ਕਰਦਾ ਹੈਗਾ ਹਾਇਰ ਅਥਾਰਟੀ ਦੇ ਨਾਲ, ਜਿਵੇਂ ਅਸੀਂ ਕਹਿ ਸਕਦੇ ਹਾਂ ਹਾਇਰ ਡਾਇਰੈਕਟਰ। ਪੂਰੀ ਦੀ ਪੂਰੀ ਕੰਪਨੀ ਜੋ ਹੈ ਹਾਇਰ ਅਥਾਰਟੀ ਜਾਂ ਫਿਰ ਜੋ ਡਾਇਰੈਕਟਰਸ ਹੁੰਦੇ ਨੇ ਉਹੀ ਕੰਪਨੀ ਨੂੰ ਮੈਨੇਜ ਕਰਦੇ ਹੈਗੇ ਨੇ। ਜਿਵੇਂ ਦੇਖੋ ਲਿਖਾਇਆ ਵੀ ਇਹਨਾਂ ਨੇ, ਬੋਰਡ ਆਫ ਡਾਇਰੈਕਟਰ ਜੋ ਹੈ ਡਿਸਾਈਡ ਕਰਦੇ ਵੀ ਅੱਗੇ ਮੈਨੇਜਰਸ ਕੌਣ ਹੋਣਗੇ, ਕੰਪਨੀ ਦੇ ਵਿੱਚ ਕਿਸ ਤਰ੍ਹਾਂ ਕੰਮ ਹੋਊਗਾ, ਕਿਹੜੇ ਕ੍ਰੈਡੀਟਰਸ ਹੋਣਗੇ, ਕਿਹੜੇ ਸ਼ੇਅਰ ਹੋਲਡਰਸ ਹੋਣਗੇ। ਸ਼ੇਅਰ ਹੋਲਡਰਸ ਹੀ ਬੋਰਡ ਆਫ ਡਾਇਰੈਕਟਰ ਬਣਦੇ ਨੇ, ਇਸ ਲਈ ਉਹਨਾਂ ਨੇ ਸ਼ੇਅਰ ਹੋਲਡਰ ਨੂੰ ਅੱਗੇ ਲਾਈਨ ਦਿਖਾ ਕੇ ਦਿਖਾਈ ਹੈ ਬੋਰਡ ਆਫ ਡਾਇਰੈਕਟਰ ਦੇ ਵਿੱਚ। ਮੰਨ ਲਈ ਐਂਗਲੋ ਅਮਰੀਕਨ ਮਾਡਲ ਹੈਗਾ ਜਿਹਦੇ ਵਿੱਚ ਕਲੀਅਰ ਓਨਰਸ਼ਿਪ ਹੁੰਦੀ ਹੈ ਵੀ ਜਿਹੜੇ ਕੰਪਨੀ ਦੇ ਡਾਇਰੈਕਟਰਸ ਹੋਣਗੇ ਉਹੀ ਇੱਕ ਤਰ੍ਹਾਂ ਦੇ ਓਨਰ ਹੋਣਗੇ, ਉਹੀ ਅੱਗੇ ਕੰਪਨੀ ਦੇ ਵਿੱਚ ਕੰਮ ਕੰਪਲੀਟ ਕਰਵਾਉਣਗੇ। ਦੂਜਾ ਹੈਗਾ ਜਰਮਨ ਮਾਡਲ। ਜਰਮਨ ਮਾਡਲ ਹੁੰਦਾ ਜਦੋਂ ਕੰਪਨੀ ਕਹਿੰਦਾ ਸ਼ੇਅਰ ਹੋਲਡਰਸ ਦੇ ਦੁਆਰਾ ਚਲਾਈ ਜਾਂਦੀ ਹੈਗੀ, ਇਹਦੇ ਵਿੱਚ ਡਾਇਰੈਕਟਰਸ ਨਹੀਂ ਹੁੰਦੇ, ਮਤਲਬ ਸ਼ੇਅਰ ਹੋਲਡਰਸ ਦੀ ਹੀ ਇੱਕ ਬੋਰਡ ਬਣੇ ਹੁੰਦੇ ਨੇ, ਉਹੀ ਪੂਰੀ ਕੰਪਨੀ ਨੂੰ ਮੈਨੇਜ ਕਰਦੇ ਨੇ। ਦੇਖੋ ਇਹਦਾ ਮਾਡਲ ਦਿਖਾਇਆ ਹੈਗਾ ਸੁਪਰਵਾਈਜ਼ਰੀ ਬੋਰਡ ਅੱਗੇ ਸ਼ੇਅਰ ਹੋਲਡਰਸ ਨਾਲ ਆਉਂਦੇ 50% ਦੇ ਵੀ ਚੱਲਦੇ ਹੈਗੇ ਨੇ। ਇੰਪਲੋਈਜ਼ ਵੀ ਨਾਲ ਦੇ ਨਾਲ ਕਈ ਵਾਰ ਅਪਾਇੰਟ ਹੋ ਜਾਂਦੇ, ਕਿਉਂਕਿ ਇੰਪਲੋਈਜ਼ ਵੀ ਅਗਰ ਕੰਪਨੀ ਦੇ ਸ਼ੇਅਰ ਖਰੀਦ ਲੈਂਦੇ ਨੇ, ਇਹ ਮਿਲ ਕੇ ਕੀ ਸੁਪਰਵਾਈਜ਼ਰੀ ਬੋਰਡ ਹੁੰਦਾ ਹੈ, ਇਹ ਪੂਰੀ ਕੰਪਨੀ ਨੂੰ ਲੈ ਕੇ ਚੱਲਦੇ ਨੇ। ਜਿਹੜੀ ਮਤਲਬ ਜਰਮਨ ਕੰਪਨੀਜ਼ ਨੇ ਨਾ ਉਹ ਇਸੇ ਬੇਸ ਨਾਲ ਚੱਲਦੀ ਨੇ। ਤੁਸੀਂ 50% ਪੈਸਾ ਲਗਾਇਆ, ਕੋਈ ਇੰਪਲੋਈਜ਼ ਨੂੰ ਲੱਗਦਾ ਕਿ ਉਹਨਾਂ ਕੋਲ ਸਕਿੱਲਸ ਹੈਗੇ ਨੇ, ਉਹ ਅੱਗੇ ਆਉਣਾ ਚਾਹੁੰਦੇ ਨੇ, ਉਹ ਵੀ ਪੈਸਾ ਲਗਾ ਕੇ ਕੰਪਨੀ ਸੁਪਰਵਾਈਜ਼ਰੀ ਬੋਰਡ ਚਾਹੀਦੇ ਨੇ, ਮਿਲ ਕੇ ਕੰਮ ਸਟਾਰਟ ਅੱਗੇ ਚੱਲਦੇ ਰਹਿੰਦੇ ਹੈਗੇ ਨੇ। ਉਸ ਤੋਂ ਬਾਅਦ ਹੈਗਾ ਜੈਪਨੀਜ਼ ਮਾਡਲ। ਜੈਪਨੀਜ਼ ਮਾਡਲ ਜਿਹੜਾ ਹੈਗਾ ਇਹਦੇ ਵਿੱਚ ਕਹਿੰਦਾ ਮੋਸਟਲੀ ਜਦੋਂ ਸ਼ੇਅਰ ਹੋਲਡਰ ਔਰ ਬੈਂਕ ਮਿਲ ਕੇ ਜਦੋਂ ਕੰਪਨੀ ਚਲਾਉਂਦੇ ਹੈਗੇ ਨੇ, ਮੀਨਸ ਸਿੰਗਲ ਕੋਈ ਪਰਸਨ ਨਹੀਂ ਚਲਾਉਂਦਾ ਹੈਗਾ, ਕਈ ਵਾਰ ਬੈਂਕ ਵੀ ਅੱਗੇ ਨਾਲ ਲੈ ਚੱਲਦੇ ਨੇ, ਬੈਂਕ ਦਾ ਪੈਸਾ ਲਗਵਾ ਕੇ ਕੰਪਨੀ ਚਲਾਉਣੀ ਆ। ਜਿੱਥੇ ਜੈਪਨੀਜ਼ ਮਾਡਲ 'ਚ ਇਹ ਵੀ ਹੁੰਦਾ ਵੀ ਜਿਹੜੇ ਇੰਪਲੋਈਜ਼ ਹੁੰਦੇ ਨੇ ਉਹਨਾਂ ਦੀ ਵੈਲਿਊ ਨੂੰ ਪ੍ਰੋਪਰ ਸਮਝਿਆ ਜਾਂਦਾ ਹੈਗਾ, ਉਹਨਾਂ ਨੂੰ ਪ੍ਰੋਪਰ ਨਾਲ ਮੇਨਟੇਨ ਕਰਕੇ ਚੱਲਿਆ ਜਾਂਦਾ ਵੀ ਈਜ਼ੀਲੀ ਬਿਜ਼ਨਸ ਕੰਮ ਹੋ ਸਕਦਾ ਹੈ। ਇੱਕ ਲਾਸਟ ਹੈਗਾ ਇੰਡੀਅਨ ਪ੍ਰੋਸਪੈਕਟਿਵ। ਜਿਹੜਾ ਇੰਡੀਅਨ ਮਾਡਲ ਹੈ, ਇੰਡੀਅਨ ਦੇ ਵਿੱਚ ਕਹਿੰਦੇ ਸਾਡੇ ਸਾਰੇ ਹੀ ਰੂਲਸ ਹੁੰਦੇ ਨੇ ਪਬਲਿਕ ਦੇ ਬੇਸ 'ਤੇ। ਦੇਖੋ ਇਹਨਾਂ ਨੂੰ ਟੌਪਿਕ ਦਿਖਾਇਆ ਵੀ ਹੈ ਸੈਲਫ ਵਰਸਿਸ ਲੀਗਲ, ਕੰਪਨੀ ਰੂਲਸ, ਟੇਕ ਓਵਰ ਕੋਡਸ, ਡਿਸਕਲੋਜ਼ਰ ਰਿਕੁਆਇਰਮੈਂਟ। ਮੀਨਸ ਇੰਡੀਅਨ ਦੇ ਵਿੱਚ ਕੀ ਸਾਨੂੰ ਸਾਰੇ ਰੂਲਸ ਜਿਹੜੇ ਗਵਰਨਮੈਂਟ ਦੇ ਥਰੂ ਚੱਲਦੇ ਨੇ ਉਹ ਸਾਨੂੰ ਸਾਰੇ ਫੋਲੋ ਕਰਨੇ ਪੈਂਦੇ ਨੇ ਤਾਂ ਜਾ ਕੇ ਇੰਡੀਆ ਦੇ ਵਿੱਚ ਕਾਰਪੋਰੇਸ਼ਨ ਚੱਲਦੀਆਂ ਨੇ। ਮੋਸਟਲੀ ਜਿਹੜੀ ਬੈਸਟ ਨੇ ਉਹ ਅਮਰੀਕਨ, ਜੈਪਨੀਜ਼, ਜਰਮਨ, ਇੰਡੀਅਨ ਵੀ ਸਾਡੀ ਬੈਸਟ ਨੇ। ਅਸੀਂ ਇਹ ਨਹੀਂ ਕਹਿੰਦੇ ਇੰਡੀਅਨ ਮਾੜੇ ਹੈਗੇ ਨੇ, ਲੇਕਿਨ ਇੰਡੀਅਨ ਦੇ ਵਿੱਚ ਜੋ ਹੈ ਕਾਫੀ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ, ਗਵਰਨਮੈਂਟਸ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ, ਜਿਹੜੇ ਪਰਸਨ ਨੇ ਪੈਸਾ ਲਗਾਇਆ ਉਹ ਵੀ ਹੋ ਗਿਆ, IT ਸੈਕਟਰਸ ਵੀ ਹੋ ਗਏ, ਪਲੱਸ ਕੰਪਨੀ ਦੇ ਜੋ ਪ੍ਰੋਪਰਟੀ ਰਾਈਟਸ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਪੈਂਦਾ ਹੈ। ਫਿਰ ਸਾਡੇ ਕੋਲ ਆ ਰਿਹਾ ਜੀ ਕਾਰਪੋਰੇਟ ਗਵਰਨੈਂਸ ਮੈਕੈਨਿਜ਼ਮ ਐਂਡ ਓਵਰਵਿਊ। ਮੀਨਸ ਕਾਰਪੋਰੇਟ ਗਵਰਨੈਂਸ ਦੇ ਵਿੱਚ ਕਿਹੜੇ ਪਰਸਨਸ ਹੁੰਦੇ ਨੇ ਜਿਨ੍ਹਾਂ ਨੂੰ ਮੀਨਸ ਅਸੀਂ ਲੈ ਕੇ ਚੱਲਦੇ ਹਾਂ। ਕਾਰਪੋਰੇਟ ਗਵਰਨੈਂਸ ਇਸ ਨਾਲ ਡੀਲ ਕਰਦੀ ਹੈਗੀ, ਇਹਨਾਂ ਨੂੰ ਲਿਖਿਆ ਵੀ ਹੈ ਕਾਰਪੋਰੇਟ ਗਵਰਨੈਂਸ ਵਿੱਚ ਕਹਿੰਦੇ ਰਿਸਪੌਂਸਿਬਿਲਿਟੀ ਹੁੰਦੀ ਨੇ ਕਸਟਮਰ, ਇੰਪਲੋਈਜ਼, ਗਵਰਨਮੈਂਟ, ਸਪਲਾਇਰਸ, ਕ੍ਰੈਡੀਟਰਸ, ਇਹ ਸਾਰੇ ਪਰਸਨਸ ਹੁੰਦੇ ਮੀਨਸ ਪਾਰਟਿਸਿਪੈਂਟਸ ਹੁੰਦੇ ਨੇ। ਇਹਨਾਂ ਦੀ ਓਵਰਵਿਊ ਗੱਲ ਕਰਦੇ ਸਭ ਤੋਂ ਪਹਿਲਾਂ ਜਿਹੜੀ ਹਾਇਰ ਅਥਾਰਟੀ ਆਉਂਦੀ ਹੈ ਕਾਰਪੋਰੇਟ ਗਵਰਨੈਂਸ 'ਚ, ਉਹ ਆਉਂਦੇ ਨੇ ਬੋਰਡ ਆਫ ਡਾਇਰੈਕਟਰਸ, ਜਿਨ੍ਹਾਂ ਨੇ ਕੰਪਨੀ ਨੂੰ ਚਲਾਉਣਾ ਹੁੰਦਾ, ਮੀਨ ਜਿਨ੍ਹਾਂ ਨੇ ਪੈਸਾ ਲਗਾਇਆ ਹੁੰਦਾ ਹੈ, ਕੰਪਨੀ ਨੂੰ ਅੱਗੇ ਮੇਨਟੇਨ ਕਰਨਾ ਹੁੰਦਾ। ਇਹ ਸਾਰੇ ਪਰਸਨ ਕਹਿੰਦੇ ਕੰਪਨੀ ਦੇ ਵਿੱਚ ਹੋਣੇ ਚਾਹੀਦੇ। ਜਿਵੇਂ ਅਸੀਂ ਕਹਿ ਸਕਦੇ ਹਾਂ ਵੀ ਟੌਪ ਜਿਹੜੀ ਅਥਾਰਟੀ ਆਉਂਦੀ ਹੈ ਉਹ CEO ਦੀ ਆਉਂਦੀ ਹੈ, ਚੀਫ ਐਗਜ਼ੀਕਿਊਟਿਵ ਆਫਿਸਰ। ਇਹ ਕਾਰਪੋਰੇਟ ਗਵਰਨੈਂਸ ਸਭ ਤੋਂ ਪਹਿਲੇ ਮੈਂਬਰਸ ਇਹੀ ਹੁੰਦੇ ਨੇ। ਉਸ ਤੋਂ ਬਾਅਦ ਇਹਦੇ ਵਿੱਚ ਆਉਂਦੇ ਹੈਗੇ ਨੇ ਤੁਹਾਡੇ ਕੋਲ ਨੋਮੀਨੀ ਡਾਇਰੈਕਟਰਸ। ਨੋਮੀਨੀ ਡਾਇਰੈਕਟਰਸ ਮੀਨਸ ਜਦੋਂ ਚੀਫ ਐਗਜ਼ੀਕਿਊਟਿਵ ਆਫਿਸਰ ਹੁੰਦੇ ਨੇ ਉਹ ਅੱਗੇ ਕਿਸੇ ਪਰਸਨ ਨੂੰ ਨੋਮੀਨੀ ਬਣਾ ਦਿੰਦੇ, ਕਿਉਂਕਿ ਚੀਫ ਐਗਜ਼ੀਕਿਊਟਿਵ ਆਫਿਸਰ ਸਾਰੇ ਕੰਮ ਨੂੰ ਮੇਨਟੇਨ ਨਹੀਂ ਕਰ ਦਿੰਦੇ, ਉਹਨਾਂ ਨੇ ਅੱਗੇ ਦੇਖਣਾ ਹੁੰਦਾ ਕਿਹੜੇ ਪਰਸਨ ਅੱਗੇ ਕਿਸੇ ਦੀ ਰਿਸਪੌਂਸਿਬਿਲਿਟੀ ਹੋਊਗੀ ਜਿਹੜਾ ਕੰਮ ਨੂੰ ਕੰਪਲੀਟ ਕਰਵਾਊਗਾ, ਉਹਨਾਂ ਨੂੰ ਅਸੀਂ ਡਾਇਰੈਕਟਰਸ ਕਹਿੰਦੇ ਹਾਂ। ਡਾਇਰੈਕਟਰ ਤੋਂ ਬਾਅਦ ਕਹਿੰਦਾ ਸਾਡੇ ਕੋਲ ਆਉਂਦੇ ਨੇ ਕ੍ਰੈਡੀਟਰਸ, ਸਪਲਾਇਰਸ ਐਂਡ ਕਾਰਪੋਰੇਟ ਗਵਰਨੈਂਸ। ਕ੍ਰੈਡੀਟਰ ਜਾਂ ਸਪਲਾਇਰਸ ਇੱਕੋ ਹੀ ਹੁੰਦੇ ਨੇ, ਕ੍ਰੈਡੀਟਰ ਜਿਨ੍ਹਾਂ ਨੇ ਉਧਾਰ ਤੇ ਪੈਸਾ ਕੰਪਨੀ ਦੇ ਵਿੱਚ ਲਗਾਇਆ ਹੁੰਦਾ, ਜਿਨ੍ਹਾਂ ਨੂੰ ਅਸੀਂ ਡਿਬੈਂਚਰ ਹੋਲਡਰ ਵੀ ਕਹਿ ਲੈਂਦੇ ਹੈਗੇ ਆ। ਸਪਲਾਇਰਸ ਹੋ ਗਏ ਜਿਨ੍ਹਾਂ ਤੋਂ ਸਾਨੂੰ ਸਮਾਨ ਆਇਆ ਹੁੰਦਾ ਹੈ, ਇਹ ਵੀ ਕੰਪਨੀ ਦੇ ਵਿੱਚ ਕਹਿੰਦਾ ਪਾਰਟਿਸਿਪੈਂਟ ਦੇ ਤੌਰ ਤੇ ਆਉਂਦੇ ਨੇ, ਕਿਉਂਕਿ ਉਹਨਾਂ ਨੂੰ ਕੰਪਨੀ ਦੇ ਰੂਲਸ ਐਂਡ ਰੈਗੂਲੇਸ਼ਨ ਇਹ ਵੀ ਇਹਨਾਂ ਕੋਲ ਵੀ ਪ੍ਰੋਪਰ ਇਨਫੋਰਮੇਸ਼ਨ ਹੁੰਦੀ ਹੈ ਕੰਪਨੀ ਦੀ। ਕੰਪਨੀ ਦੇ ਵਿੱਚ ਅਗਰ ਇਹਨਾਂ ਨੇ ਕੋਈ ਡਾਕੂਮੈਂਟ ਚੈੱਕ ਕਰਨਾ ਤਾਂ ਇਹ ਚੈੱਕ ਵੀ ਕਰ ਸਕਦੇ ਨੇ। ਉਸ ਤੋਂ ਬਾਅਦ ਗਵਰਨਮੈਂਟ, ਇੰਪਲੋਈ, ਕਾਰਪੋਰੇਟ ਗਵਰਨੈਂਸ। ਕੰਪਨੀ ਦੇ ਵਿੱਚ ਜਦੋਂ ਕਾਰਪੋਰੇਟ ਗਵਰਨੈਂਸ ਦੀ ਗੱਲ ਕਰਦੇ ਹਾਂ ਗਵਰਨਮੈਂਟ ਵੀ ਨਾਲ ਆਉਂਦੀ ਹੈ, ਕਿਉਂਕਿ ਗਵਰਨਮੈਂਟ ਦੇ ਰੂਲਸ ਤੋਂ ਬਿਨਾਂ ਕੋਈ ਵੀ ਕੰਪਨੀ ਕਦੇ ਵੀ ਨਹੀਂ ਚੱਲਦੀ ਹੈਗੀ। ਗਵਰਨਮੈਂਟ ਦੇ ਜੋ ਵੀ ਰੂਲਸ ਜਾਂ ਵੀ ਲੀਗਲਸ ਰੂਲਸ ਹੋ ਗਏ ਜਾਂ ਰਜਿਸਟ੍ਰੇਸ਼ਨ ਰੂਲਸ ਹੋ ਗਏ ਜਾਂ ਫਿਰ ਉਸ ਤੋਂ ਇਲਾਵਾ ਕੋਈ ਵੀ ਫਰੇਮਵਰਕ ਗਵਰਨਮੈਂਟ ਨੇ ਸੈਟਅਪ ਕਰਿਆ ਹੋਇਆ ਉਹ ਸਾਰੇ ਕੰਪਨੀ 'ਚ ਫੋਲੋ ਕਰਨੇ ਪੈਂਦੇ ਨੇ। ਪਲੱਸ ਇੰਪਲੋਈ ਦਾ ਵੀ ਪ੍ਰੋਪਰ ਇੰਟਰਸਟ ਕੰਪਨੀ ਦੇ ਵਿੱਚ ਬਣਾ ਕੇ ਰੱਖਣਾ ਪੈਂਦਾ ਹੈਗਾ, ਕਿਉਂਕਿ ਜਦ ਤੱਕ ਇੰਪਲੋਈ ਸੈਟੀਸਫਾਈਡ ਨਹੀਂ ਹੁੰਦੇ ਹੈਗੇ ਤਾਂ ਕੋਈ ਵੀ ਕੰਪਨੀ ਅੱਗੇ ਨਹੀਂ ਚੱਲਦੀ ਹੈਗੀ। ਇੰਪਲੋਈ ਦੇ ਜਿੰਨੇ ਵੀ ਕਾਰਪੋਰੇਟ ਦੇ ਅਕੋਰਡਿੰਗ ਲਾਅ ਬਣੇ ਹੁੰਦੇ ਨੇ ਉਹ ਸਾਰੇ ਦੇ ਸਾਰੇ ਲਾਅ ਜੋ ਹੈ ਉਹਨਾਂ ਨੂੰ ਦੇਣੇ ਪੈਂਦੇ ਨੇ। ਜੈਸੇ ਲੇਬਰ ਲਾਅ ਜਿਵੇਂ ਕਹਿੰਦੇ ਲੇਬਰ ਲਾਅ ਦੀ ਤੁਸੀਂ ਸ਼ਾਇਦ ਬੁੱਕ ਵੀ ਕਦੀ ਪੜ੍ਹੀ ਹੋਣੀ ਹੈ, ਉਹ ਸਾਰੇ ਰੂਲਸ ਕੰਪਨੀ ਦੇ ਵਿੱਚ ਦੇਣੇ ਪੈਂਦੇ ਨੇ ਕੰਪਨੀ ਦੇ ਇੰਟਰਸਟ ਬਣਾ ਕੇ ਰੱਖਣ ਲਈ।
ਉਸ ਤੋਂ ਬਾਅਦ ਆਉਂਦੀ ਹੈਗੀ ਕਮੇਟੀਜ਼। ਕਮੇਟੀ ਸਾਡੇ ਕੋਲ ਆਉਂਦੀ ਹੈ ਆਡੀਟਿੰਗ ਕਮੇਟੀ। ਆਡੀਟਿੰਗ ਕਮੇਟੀ ਜਿਹਨਾਂ ਨੇ ਕੰਪਨੀ ਦੇ ਪ੍ਰੋਪਰ बैलेंस शीट वगैरह रेडी करके देनी होंगी ने, जिस बेस से कंपनी की फाइनैशियल पोजीशन के बारे पता लगता है। जब साढ़े को नॉमिनेटिंग कमेटी। नॉमिनेटिंग कमेटी कई बार कंपनी की जगह पर कोई होर बंदा अगर काम कर रहा है किसी बंदे किहड़े बंदे उन्होंने जगह पर नॉमिनेट होए हुए हैं। कई बार इदा होंदा कई बार डायरैक्टर्स हो गए या फिर एग्जीक्यूटिव ऑफिसर होंगे, कई बार नहीं आ पाते हैं तो उन्होंने अपनी जगह एजेंट हायर किए होंगे या फिर ऑडिटर्स होंगे जो मेन, उन्होंने अपनी जगह कुछ परसनस भेजे उन्होंने असीं नॉमिनेटिंग कहते हैं। तो नॉमिनेटिंग कमेटी में किहड़े परसन से उन्होंने प्रॉपर इन्फॉर्मेशन कंपनी के होनी चाहिए है। नैक्सट साडे कोल हैगा भी डिफरेंस बिटवीन शेयर होल्डर एंड स्टेक होल्डर। नैक्सट टॉपिक दे विच हैगा कॉर्पोरेट गवर्नेंस के स्टेक होल्डर एंड शेयर होल्डर कहना डिफरेंस की होंदा है। स्टेक होल्डर की होंदे ने जिहड़े कंपनी दे भी कहना गोट अफेक्टेड बाय द एक्शन ऑफ द कंपनी। कंपनी जिहड़ी भी काम करती है उसदे नाल अफेक्ट होंदा है। जिवें एग्जांपल सप्लायर्स है, हुण जो कंपनी काम कर रही सप्लायर दा अफेक्ट हो सकदा है। अगर कंपनी टाइम पे पेमेंट्स नहीं करूगी तो उन्होंने अफेक्ट हो ही जाना है। कि स्टेक होल्डर होंदे जिन्हें कंपनी पैसे जिवें लिखा इंप्लॉई सप्लायर्स गवर्नमेंट, ये सारे एक स्टेक होल्डर होंदे ने। ये कंपनी की परफॉर्मेंस के नाल ही इफेक्ट होंदे ने। अगर कंपनी बैटर काम कर रही है तो गवर्नमेंट को फायदा होंदा, चलो जो इंप्लॉई भी फायदा होगा, सप्लायर को टाइम पेमेंट मिल जाए। अगर बैटर काम नहीं कर रही कंपनी तो इन्होंने अफेक्शन भी हो सकती, मीनस से प्रभावित भी हो सकते हैं। शेयर होल्डर होंदे ने जिन्होंने कंपनी में पैसा लगाया होंगे, मीनस जॉइंटली स्टॉक भी खरीदा होंदा या फिर असं शेयर कंपनी के कोई सर्टिफिकेट अपने नाम ले होंगे जो शेयर उन्होंने खरीदे होंगे ने। कंपनी चाहता स्टेक होल्डर राइट्स एंड प्रिविलेज। कंपनी जिहड़े स्टेक होल्डर्स ने जिन्होंने कंपनी गवर्नमेंट होगी, इंप्लॉईज हो गए, सप्लायर्स, इन्हों के की राइट्स होंगे ने। इन्हों के राइट्स देखो सब तो पहला लिखा है भी कस्टमर लिए कस्टमर के राइट ने उन्होंने प्रॉपर फेयर प्राइसिस से मैंने प्रोडक्ट मिलन, अफोर्डेबल होने मीनस भी अफोर्ड कर सकन, उन्होंने गुड सर्विस, एथिकल कंडक्ट मीनस प्रॉपर तरीके उन्होंने गुड सर्विस मिले, कस्टमर जो अट्रैक्टिव हो। सोसाइटी लिए की राइट्स ने सोसाइटी को कहना मोस्ट डिजर्विंग एरिया के बेस्ट काम मिले, मीनस हमेशा से कंट्रीब्यूशन जो डिजर्विंग एरिया दी है जितने लगता है हाँ लोग जिन्होंने लोड़ हैगी इतने वो प्रोडक्शन असीं पहुँचाइए। इंश्योर फेयरनेस इन ऑल डीलिंग्स, जिन्ने प्रकार दी हम डीलिंग्स होन उन्होंने फेयरनेस हो, मीनस कोई विचोले विचकार कोई बंदे ना हो जो पैसे खनखुन की गल करते हो, ये चीज़ां कंपनी के कभी ना आई हो तो ये चीज़ों भी ध्यान दिता जाए। उस तो बाद प्रॉपर मेनटेनेंस ऑफ कंटिन्यू इंप्रूवमेंट, असीं हमेशा कोशिश करते रहिए भी लगातार इंप्रूवमेंट होंदी रही सोसाइटी के लिए, ये भी स्टेक होल्डर राइट्स ने। उस तो बाद कहना इंप्लॉईज लिए की राइट्स होंगे, इंप्लॉईज को कहना टाइमली अपॉर्चुनिटी मिलती रहन ताकि वो बोर्ड ऑफ डायरैक्टर के आने जान आ सकन, अपनी एबिलिटी दिखा सकन, टाइमली बेस से उन्होंने गुड वर्क के अकॉर्डिंग उन्होंने नॉलेज मिलती चले भी कितने कितने काम वधिया कर रहे हैं, उन्होंने परफॉर्मेंस को मेजर करा जाए। जिथे उन्होंने इंसेंटिव की लड़ हैगी है तो इंसेंटिव मिलन, प्लस लेबर के रूल्स के अकॉर्डिंग लेबर लॉ के अकॉर्डिंग जिन्ने फैसिलिटीज़ बनती हैं जिथे उन्होंने लगता है भी सिख हो रहे हैं या बीमार होने या कोई उन्होंने कंपनसेशन की लड़ है तो मिलता चला जाए। उन्होंने पॉसीबल कंडीशनस मिलन जिथे वो ईजिली बेसनल इन्वायरमेंट के काम कर सकन, क्योंकि कई इंप्लॉईज आते हैं बहुत सारी प्रॉब्लम्स होंगे ने, सारे बंदे इको जिहे नहीं आते हैं। अगर इन्वायरमेंट उदा सैटअप करे जाए हर एक बंदा अपनी फैमिली तरह काम कर ले तो फैसिलिटीज उन्होंने प्रोवाइड नहीं, मीनस उन्होंने फेयर वेजिस वर्किंग इन्वायरमेंट बैटर करके दिता जाए। फिर है कहना गवर्निंग बॉडीज, गवर्निंग बॉडीज लिए कहना की फैसिलिटीज होंगियां प्रोवाइड थ्रू दी एडुकेट इन्फॉर्मेशन रिगार्डिंग दी ऑपरेशंस। कंपनी जिहड़े प्रॉपर काम हो रहे हैं उन्होंने पूरी इन्फॉर्मेशन गवर्नमेंट को कहना पता होनी चाहिए है। जिन्ने गवर्नमेंट के कहना फाइनैशियल पॉलिसीज ने वो भी गवर्नमेंट को इन्फॉर्मेशन होनी चाहिए है। मीनस कोई भी तुसीं जिवें कहना सी ब्लैक मनी के काम वो इदां दा कोई काम ना होना चाहिए, गवर्नमेंट को प्रॉपर इन्फॉर्मेशन हो। जिथे जिथे गवर्नमेंट ने मीनस कंपनी ने इन्वेस्टमेंट की हुई है वो पूरी की पूरी इन्फॉर्मेशन भी गवर्नमेंट को होनी चाहिए है ताकि प्रॉपर जो है टैक्स वगैरह बनते हैं गवर्नमेंट को पहुँच सकन। जिथे कहना स्टेक होल्डर के राइट्स से उत्थे शेयर होल्डर के भी कुछ राइट्स ने। शेयर होल्डर के राइट्स सब तो पहला आंदा है कि उन्होंने टाइमली ओनरशिप रजिस्ट्रेशन मिलनी चाहिए है। ओनरशिप रजिस्ट्रेशन मतलब जिन्ने परसन जिन्ने भी शेयर खरीदे हैं उन्होंने को सर्टिफिकेट होने चाहिए है। दूसरा लिखा कि उन्होंने को कन्वेयर ट्रांसफर्स भी होने चाहिए। मीनस तुम ये नहीं कह सकते भी शेयर होल्डर जा नहीं सकता है, अगर कंपनी है किसी ने परसन पैसे लोड़ है तो ट्रांसफर तुम करवा दो, अगर किसी परसन को कितनी लोड़ पैंदी हैगी तो उन्होंने हैल्प भी करी जाए। थर्ड लिखा है ऑब्टेन रेलिवेंट इन्फॉर्मेशन दी कॉर्पोरेशन ऑफ टाइमली एंड रेगुलर बेसिस। कंपनी की की टाइम सिस्टम है रेगुलर बेस पे कितना काम हो रहा है वो पूरी की पूरी इन्फॉर्मेशन करना शेयर होल्डर को होनी चाहिए हैगी है। कंपनी की जनरल मीटिंग किहड़ा परसन वोटिंग करूगा किहड़ा नहीं करूगा इस बारे भी प्रॉपर इन्फॉर्मेशन शेयर होल्डर को होनी चाहिए है। किस परसन को तुसीं रखना है किस परसन को तुसीं हटाना है, डायरैक्टर बनाना है डायरैक्टर रिमूव करना है वो बारे भी पूरी इन्फॉर्मेशन शेयर होल्डर को होनी चाहिए है। शेयर होल्डर का कहना उन्होंने प्रॉफिट के विच अगर प्रॉफिट ज़्यादा हो जाता है तो एक्सैस के विच भी हिस्सा मिलना चाहिए है शेयर होल्डर्स को। और शेयर होल्डर कहना राइट्स होने चाहिए भी तुसीं किस तरह काम करना चाहते हो, किस तरह कंपनी की बोर्ड ऑफ मीटिंग अटेंड करनी है या किसी परसन को तुसीं वोटिंग ਲਈ ਅੱਗੇ ਲੈ ਕੇ ਆਣਾ। ਕਈ ਵਾਰ ਇਦਾਂ ਹੁੰਦਾ ਵੀ ਅਸੀਂ ਖੁਦ ਨਹੀਂ ਆ ਸਕਦੇ, ਸਾਡੇ ਲਈ ਕੋਈ ਏਜੰਡਾ ਜਿਵੇਂ ਅਸੀਂ ਪ੍ਰੋਕਸੀ ਪਰਸਨ ਕਹਿੰਦੇ ਆ ਉਹ ਪ੍ਰੋਕਸੀ ਪਰਸਨ ਹਾਇਰ ਕਰਨ ਦਾ ਰਾਈਟ ਵੀ ਸ਼ੇਅਰ ਹੋਲਡਰ ਕੋਲ ਹੋਣਾ ਚਾਹੀਦਾ ਹੈ।
ਫਿਰ ਤੁਹਾਡੇ ਕੋਲ ਆਉਂਦੀਆਂ ਪ੍ਰੋਬਲਮਸ ਐਂਡ ਪ੍ਰੋਟੈਕਸ਼ਨਸ, ਜਿੱਥੇ ਦੋਨਾਂ ਦੇ ਕਹਿੰਦਾ ਰਾਈਟਸ ਹੁੰਦੇ ਨੇ ਉੱਥੇ ਕਹਿੰਦਾ ਪ੍ਰੋਬਲਮਸ ਐਂਡ ਪ੍ਰੋਟੈਕਸ਼ਨ ਹੁੰਦੀ ਹੈ। ਪ੍ਰੋਬਲਮਸ ਕੀ ਹੁੰਦੀਆਂ ਨੇ ਕਹਿੰਦਾ ਸਭ ਤੋਂ ਪਹਿਲਾਂ ਮਿਨੀਮਮ ਆਫਰ ਪ੍ਰਾਈਸ ਜਾਂ ਫਿਰ ਐਕੁਜੀਸ਼ਨ ਜਾਂ ਫਿਰ ਐਸਕ੍ਰੋ ਕਲਾਇੰਟ ਹੋ ਗਿਆ ਜਾਂ ਡਿਸਕਲੋਜ਼ਰਸ। ਇਹ ਹਰ ਇੱਕ ਕੰਪਨੀ ਲਈ ਕਹਿੰਦਾ ਪ੍ਰੋਬਲਮਸ ਹੁੰਦੇ ਨੇ, ਸਭ ਨੂੰ ਪ੍ਰੋਪਰ ਤਰੀਕੇ ਨਾਲ ਦਿਖਾਉਣਾ ਸੀ ਵੀ ਸਾਡੇ ਕੋਲ ਕੀ ਰਿਕਾਰਡਸ ਬਣ ਰਹੇ ਨੇ। ਕਈ ਵਾਰ ਜਿਵੇਂ ਇੰਪਲੋਈਜ਼ ਗੜਬੜ ਕਰਨਾ ਸਟਾਰਟ ਕਰ ਦਿੰਦੇ ਨੇ, ਸਾਨੂੰ ਪ੍ਰੋਬਲਮਸ ਅਸੀਂ ਸਾਰੇ ਪਰਸਨ ਨੂੰ ਹਰ ਇੱਕ ਚੀਜ਼ ਦੀ ਇਨਫੋਰਮੇਸ਼ਨ ਨਹੀਂ ਦੇ ਪਾਉਂਦੇ, ਤਾਂ ਇਹ ਚੀਜ਼ ਦੇ ਬਾਰੇ ਵੀ ਸਾਡੇ ਕੋਲ ਪ੍ਰੋਬਲਮਸ ਹੁੰਦੀ। ਜਿਵੇਂ ਲਿਖਿਆ ਵੀ ਹੈ ਫॉर ਮਰਜਰ ਐਂਡ ਡੀਮਰਜਰ ਆਫ ਕੰਪਨੀਜ਼, ਜਦੋਂ ਕੋਈ ਕੰਪਨੀ ਕਹਿੰਦਾ ਮਰਜ ਹੁੰਦੀ ਹੈ ਜਾਂ ਡੀਮਰਜ ਹੁੰਦੀ ਹੈਗੀ ਹੈ, ਉਹਨਾਂ ਲਈ ਵੀ ਪ੍ਰੋਬਲਮਸ ਹੁੰਦੀਆਂ ਨੇ, ਕਿਉਂਕਿ ਉਹਨਾਂ ਨੇ ਪ੍ਰੋਪਰ ਬੋਰਡ ਆਫ ਡਾਇਰੈਕਟਰ ਸੈੱਟ ਕਰਨੇ ਜਾਂ ਫਿਰ ਅਲੱਗ ਕਰਨੇ, ਕਿਹੜੀ ਵੈਲਿਊਸ਼ਨ ਹੋਊਗੀ, ਕਿਹਦੀ ਵੈਲਿਊਸ਼ਨ ਦੀ ਰੇਸ਼ੋ ਬਣਨਗੀਆਂ, ਸ਼ੇਅਰ ਹੋਲਡਰ ਦੀ ਮੀਟਿੰਗਸ ਹੋਣਗੀਆਂ। ਇਹ ਸਾਰੀ ਚੀਜ਼ਾਂ ਕਹਿੰਦਾ ਸਾਨੂੰ ਦੁਬਾਰਾ ਕਰਨੀਆਂ ਪੈਂਦੀਆਂ ਹੈਗੀਆਂ ਨੇ ਜਦੋਂ ਵੀ ਕੰਪਨੀ 'ਚ ਅਸੀਂ ਗੱਲ ਕਰਦੇ ਹਾਂ। ਇਕੁਇਟੇਬਲ ਟ੍ਰੀਟਮੈਂਟ ਆਫ ਸ਼ੇਅਰ ਹੋਲਡਰ, ਜਿੰਨੇ ਵੀ ਸ਼ੇਅਰ ਹੋਲਡਰ ਹੋਣਗੇ ਕਹਿੰਦਾ ਕੰਪਨੀ ਦੇ ਵਿੱਚ ਉਹਨਾਂ ਨੂੰ ਸਭ ਨੂੰ ਇਕੁਅਲ ਟ੍ਰੀਟਮੈਂਟ ਕਰਿਆ ਜਾਣਾ ਚਾਹੀਦਾ ਹੈ। ਇਕੁਅਲ ਟ੍ਰੀਟਮੈਂਟ ਦਾ ਮਤਲਬ ਕਿ ਸਭ ਨੂੰ ਪ੍ਰੋਪਰ ਤੌਰ ਤੇ ਮੀਨਸ ਉਹਨਾਂ ਰਿਕਾਰਡ ਮੇਨਟੇਨੈਂਸ ਹੋਵੇ, ਉਹਨਾਂ ਨੂੰ ਟਾਈਮਲੀ ਜਿੰਨਾ ਉਹਨਾਂ ਇਨਸੈਂਟਿਵ ਬਣਦਾ ਦਿੱਤੇ ਜਾਣ, ਪਲੱਸ ਉਹਨਾਂ ਜੋ ਡਿਵੀਡੈਂਡ ਬਣਦੇ ਉਹ ਪ੍ਰੋਵਾਈਡ ਕਰੇ ਜਾਣ। ਇਨਸਾਈਡਰ ਟ੍ਰੇਡਿੰਗ ਨੂੰ ਰੋਕਿਆ ਜਾਵੇ ਜਿੰਨਾ ਹੋ ਸਕੇ ਕੰਪਨੀ ਦੇ ਵਿੱਚ। ਕਈ ਵਾਰ ਕੰਪਨੀਆਂ ਕਹਿੰਦਾ ਇਨਸਾਈਡਰ ਟ੍ਰੇਡਿੰਗ ਕਰ ਲੈਂਦੀ, ਸ਼ੇਅਰ ਹੋਲਡਰ ਨੂੰ ਕੁਝ ਨਹੀਂ ਪਤਾ ਲੱਗਦਾ ਹੈਗਾ, ਉਹ ਚੀਜ਼ ਨੂੰ ਜਿੰਨਾ ਹੋ ਸਕੇ ਉਹ ਰੋਕਿਆ ਜਾਵੇ, ਇਨਸਾਈਡਰ ਟ੍ਰੇਡਿੰਗ ਨਾ ਹੋਵੇ। ਹਰੇਕ ਬੰਦੇ ਨੂੰ ਕਹਿੰਦਾ ਆਪਣੀ ਸਟਰੈਂਥ ਦੀ ਪੋਜੀਸ਼ਨ ਪਤਾ ਹੋਣੀ ਚਾਹੀਦੀ ਵੀ ਕੰਪਨੀ ਜਿਹੜੇ ਪਰਸਨਸ ਨੇ ਉਹਨਾਂ ਦੀ ਸਟਰੈਂਥ ਕੀ ਹੈਗੀ ਹੈ, ਕੰਪਨੀ ਕਿਸ ਬੇਸ ਨਾਲ ਫਰੇਮਵਰਕ ਨਾਲ ਕੰਮ ਕਰ ਰਹੀ ਹੈਗੀ, ਕੰਪਨੀ ਦੇ ਕੀ ਗੋਲ ਨੇ, ਉਹਨਾਂ ਨੇ ਗੋਲ ਨੂੰ ਅਚੀਵ ਕਰਨ ਲਈ ਕਿਹੜੀ ਕੰਪਨੀ ਆਪਣੇ ਨਾਲ ਜੁੜੀ ਹੋਈ ਨੇ, ਜਾਂ ਕਿਸ ਕੰਪਨੀ ਨਾਲ ਅਮਲਗਾਮੇਸ਼ਨ ਹੋ ਰਹੀ ਹੈ, ਜਾਂ ਕਿਸ ਕੰਪਨੀ ਨਾਲ ਮਰਜ ਹੋ ਰਿਹਾ ਸਾਡਾ ਬਿਜ਼ਨਸ, ਸਾਡੀ ਕੰਪਨੀ ਦੇ ਕੀ ਪ੍ਰਾਈਸਿਸ ਸੈਟਅਪ ਕੀਤੇ ਹੋਏ ਮਾਰਕੀਟ, ਸਾਡੀ ਕੰਪਨੀ ਦੀ ਵੈਲਿਊ ਕੀ ਹੈ, ਕੰਪਨੀ ਦਾ ਕੋਆਰਡੀਨੇਸ਼ਨ ਸਿਸਟਮ ਕਿੱਦਾਂ ਦਾ ਹੈਗਾ। ਇਹ ਸਾਰੀ ਚੀਜ਼ਾਂ ਪਹਿਲਾਂ ਤੋਂ ਹੀ ਕਲੀਅਰ ਹੋ ਜਾਣੀ ਚਾਹੀਦੀਆਂ ਹੈਗੀਆਂ ਨੇ। ਕੰਪਨੀ ਦੇ ਵਿੱਚ ਕਹਿੰਦਾ ਸ਼ੇਅਰ ਹੋਲਡਰ ਦਾ ਨੇਚਰ ਕੀ ਹੁੰਦਾ ਹੈ, ਨੇਚਰ ਆਫ ਕੰਪਲੇਂਟਸ ਬਾਈ ਦੀ ਸ਼ੇਅਰ ਹੋਲਡਰਸ। ਜਦੋਂ ਸ਼ੇਅਰ ਹੋਲਡਰ ਕੋਈ ਕੰਪਲੇਂਟ ਕਰਦੇ ਨੇ ਕਿਸੇ ਕੰਪਨੀ ਬਾਰੇ, ਕਿਹੜੇ ਨੇਚਰ ਹੁੰਦੇ ਨੇ, ਜਾਂ ਕੰਪਨੀ ਦੇ ਕਹਿੰਦਾ ਜਿਹੜੇ ਸ਼ੇਅਰ ਹੋਲਡਰ ਜਿਨ੍ਹਾਂ ਨੂੰ ਡਿਵੀਡੈਂਡ ਨਹੀਂ ਮਿਲਿਆ ਹੁੰਦਾ ਤਾਂ ਉਹ ਕੰਪਲੇਂਟ ਕਰ ਸਕਦੇ ਹੈਗੇ ਨੇ। ਦੂਜਾ ਹੋ ਗਿਆ ਵੀ ਅਗਰ ਤੁਸੀਂ ਕਹਿੰਦਾ ਕੋਈ ਚੇਂਜ ਆਫ ਐਡਰੈਸ, ਕੰਪਨੀ ਆਪਣਾ ਐਡਰੈਸ ਚੇਂਜ ਕਰ ਲੈਂਦੀ ਹੈ ਜਾਂ ਫਿਰ ਸ਼ੇਅਰ ਹੋਲਡਰ ਦੇ ਨੇਮ ਚੇਂਜ ਹੁੰਦਾ, ਕੋਈ ਐਡਰੈਸ ਗਲਤ ਹੋ ਗਿਆ ਤਾਂ ਸ਼ੇਅਰ ਹੋਲਡਰ ਕੰਪਲੇਂਟ ਕਰ ਸਕਦੇ ਨੇ। ਇਸ ਪ੍ਰਕਾਰ ਦੀ ਕੰਪਲੇਂਟ ਹੋ ਜਾਂਦੀ ਹੈ। ਨੋਨ ਰਿਸਿਪਟ ਆਫ ਸ਼ੇਅਰ ਸਰਟੀਫਿਕੇਟਸ, ਅਗਰ ਸ਼ੇਅਰ ਹੋਲਡਰ ਨੂੰ ਕਹਿੰਦਾ ਸ਼ੇਅਰ ਦਾ ਸਰਟੀਫਿਕੇਟ ਨਹੀਂ ਮਿਲਿਆ ਤਾਂ ਵੀ ਉਹ ਕੰਪਲੇਂਟਸ ਕਰ ਸਕਦੇ ਹੈਗੇ ਨੇ। ਟ੍ਰਾਂਸਫਰਮੇਸ਼ਨ ਆਫ ਦੀ ਸ਼ੇਅਰਸ, ਅਗਰ ਮੰਨ ਲਓ ਸ਼ੇਅਰ ਟ੍ਰਾਂਸਫਰ ਹੋ ਗਏ ਲੇਕਿਨ ਹਾਲੇ ਤੱਕ ਫਿਰ ਵੀ ਸਰਟੀਫਿਕੇਟ ਸਾਨੂੰ ਨਹੀਂ ਮਿਲਿਆ ਜਾਂ ਫਿਰ ਟ੍ਰਾਂਸਫਰ ਨਹੀਂ ਕਰ ਪਾ ਰਹੇ ਹੈਗੇ ਸ਼ੇਅਰ ਹੋਲਡਰ, ਇਸ ਬੇਸ ਤੇ ਵੀ ਕਹਿੰਦਾ ਉਹਨਾਂ ਨੂੰ ਇੱਕ ਹੱਕ ਹੁੰਦਾ ਕਿ ਕੰਪਨੀ ਦੇ ਵਿੱਚ ਉਹ ਕੰਪਲੇਂਟ ਕਰ ਸਕਦੇ ਨੇ। ਉਸ ਤੋਂ ਬਾਅਦ ਇੱਕ ਪੁਆਇੰਟ ਲਿਖਿਆ ਗਿਆ ਟ੍ਰਾਂਸਪੋਜੀਸ਼ਨ ਆਫ ਸ਼ੇਅਰ। ਟ੍ਰਾਂਸਪੋਜੀਸ਼ਨ ਸ਼ੇਅਰ ਆਫ ਮੀਨਸ ਸ਼ੇਅਰ ਦੀ ਪੋਜੀਸ਼ਨ ਨੂੰ ਚੇਂਜ ਕਰ ਜਾਂਦਾ। ਮੰਨ ਲਓ ਕਈ ਵਾਰ ਸ਼ੇਅਰਸ ਡੈਡ ਸ਼ੇਅਰਸ ਹੋ ਜਾਂਦੇ ਜਾਂ ਫਿਰ ਕਿਸੇ ਨੂੰ ਸ਼ੇਅਰਸ ਤੁਸੀਂ ਪ੍ਰੈਫਰੈਂਸ ਵਾਲਿਆਂ ਨੂੰ ਇਕੁਇਟੀ ਬਣਾਇਆ ਹੈਗਾ ਜਾਂ ਫਿਰ ਡਿਬੈਂਚਰ ਵਾਲਿਆਂ ਨੂੰ ਪ੍ਰੈਫਰੈਂਸ ਬਣਾਇਆ ਹੈਗਾ, ਉਸ ਚੀਜ਼ ਬਾਰੇ ਵੀ ਕਹਿੰਦਾ ਟ੍ਰਾਂਸਪੋਜੀਸ਼ਨ ਚੇਂਜ ਹੋਈ ਹੋਵੇ। ਜਾਂ ਫਿਰ ਉਸ ਤੋਂ ਇਲਾਵਾ ਅਦਰ ਕੰਪਲੇਂਟਸ ਜਿਵੇਂ ਕਿ ਫਾਈਨੈਂਸ਼ੀਅਲ ਪੋਜੀਸ਼ਨ ਜਾਂ ਫਿਰ ਫਾਈਨੈਂਸ਼ੀਅਲ ਇੰਸਟਰੂਮੈਂਟਸ ਦੇ ਬਾਰੇ ਕੋਈ ਤੁਹਾਨੂੰ ਇਨਫੋਰਮੇਸ਼ਨ ਨਹੀਂ ਮਿਲੀ, ਜਾਂ ਫਿਰ ਰੈਮੂਨੇਸ਼ਨ ਹੋ ਗਈ, ਬੈਲੈਂਸ ਆਫ ਪਾਵਰ ਹੋ ਗਈ, ਇਹਨਾਂ ਚੀਜ਼ਾਂ ਬਾਰੇ ਵੀ ਜਦੋਂ ਤੁਸੀਂ ਕਹਿੰਦਾ ਕੋਈ ਕੰਪਲੇਂਟ ਕਰਨਾ ਚਾਹੋ ਤਾਂ ਕੰਪਲੇਂਟ ਕੰਪਨੀ ਦੇ ਵਿੱਚ ਈਜ਼ੀਲੀ ਬੇਸ ਨਾਲ ਕਰ ਸਕਦੇ ਹੋ।